ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਸਮੇਂ ਮੁਤਾਬਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਆ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋ ਸਕਦਾ ਕਿ ਆਪ ਜੀ ਨੂੰ ਸਮੇਂ ਦੀ ਥੋੜ੍ਹੀ ਜਿਹੀ ਚੇਂਜ ਲੱਗੇ, ਉਹਦੇ ਲਈ ਐਡਵਾਂਸ ਦੇ ਵਿੱਚ ਹੀ ਮੈਂ ਆਪ ਜੀ ਨੂੰ ਇਸ਼ਾਰਾ ਦੇ ਦਿੱਤਾ। ਨਾਲ ਵੀਰ ਪਰਮੀਤ ਬਾਠ ਹੋਰੀ। ਹੋਰ WhatsApp ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਮਹਾਰਾਜ। WhatsApp ਗੱਲ ਇਹ ਆ ਵੀ ਜਦੋਂ ਆਪਾਂ ਕਰੋਨੇ ਦੀ ਗੱਲ ਕਰਦੇ ਹਾਂ ਤੇ ਕਰੋਨਾ ਪਿਛਲੇ ਦਿਨਾਂ ਦੀ ਆਪਾਂ ਗੱਲ ਕਰ ਲਈਏ ਜੀ, ਵੱਧ ਗਿਆ, ਲੱਖਾਂ 'ਚ ਕੇਸ ਆ ਗਏ ਜੀ। ਓਏ ਹੋਏ ਹੋਏ ਹੋਏ, ਹੁਣ ਕੀ ਕਰਾਂਗੇ, ਕਿੱਥੇ ਜਾਵਾਂਗੇ, ਕਿਤੇ ਆਕਸੀਜਨ ਨਹੀਂ ਲੱਭਦੀ, ਕਿਤੇ ਬੈੱਡ ਨਹੀਂ ਲੱਭਦਾ। ਉਦੋਂ ਬਾਅਦ ਟੀਕਿਆਂ ਦੀ ਗੱਲ ਚੱਲੀ ਤੇ ਫਿਰ ਦਵਾਈ ਨਹੀਂ ਲੱਭਦੀ। ਪਰ ਅਖੀਰ ਪ੍ਰਧਾਨ ਮੰਤਰੀ ਸਾਹਿਬ ਸਾਹਮਣੇ ਆਉਂਦੇ ਆ, ਮਨ ਕੀ ਬਾਤ ਕਰਦੇ ਆ ਤੇ ਉਹ ਕਹਿੰਦੇ ਆ ਕਿ ਚਿੰਤਾ ਨਾ ਕਰੋ, ਪਰਵਾਹ ਨਾ ਕਰੋ, ਦਵਾਈ ਜਿੰਨੀ ਕਹੋ ਆਪਾਂ ਬਹਿ ਜਾ ਕਰਾ ਦਿਆਂਗੇ। ਵਧੀਆ ਗੱਲ ਉਹਨਾਂ ਨੇ ਜਿਹੜੀ ਚੀਜ਼ ਇਹ ਕਹੀ ਕਿ ਵੀ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਫ੍ਰੀ ਟੀਕਾ ਲੱਗੂਗਾ। ਦਿਵਾਲੀ ਤੱਕ 80 ਕਰੋੜ ਲੋਕਾਂ ਨੂੰ ਆਪਾਂ ਰਾਸ਼ਨ ਵੀ ਦੇਣਾ ਤਾਂ ਜੋ ਲੋਕ ਕਿਤੇ ਭੁੱਖੇ ਨਾ ਰਹਿ ਜਾਣ, ਹੈ ਨਾ, ਕਿਉਂਕਿ ਕੰਮ ਧੰਦੇ ਬੰਦ ਆ। ਸੋ ਇਹ ਗੱਲਾਂ ਐਪਰੀਸ਼ੀਏਟ ਕਰਨ ਵਾਲੀਆਂ, ਪਰ ਇਹਦੇ ਨਾਲ ਜਿਹੜਾ ਉਹਨਾਂ ਨੇ ਇਹ ਜ਼ਿਕਰ ਕਰਤਾ ਵੀ ਪਹਿਲਾਂ ਦੇਸ਼ ਦੇ ਬੜੇ ਮੰਦੇ ਹਾਲ ਸੀ, ਸਾਲਾਂ ਬੱਧੀ ਦਵਾਈਆਂ ਦਾ ਨਹੀਂ ਸੀ ਲੱਗਦਾ। ਮਤਲਬ ਉਹ ਆਪਣੀ ਮਨ ਕੀ ਬਾਤ ਦੇ ਵਿੱਚ ਪਿਛਲੇ ਕਾਲ ਦੇ ਦੌਰਾਨ ਜੋ ਕੁਝ ਵੀ ਹੋਇਆ ਉਹਨੂੰ ਨਿੰਦਣਾ ਨਹੀਂ ਭੁੱਲਦੇ। ਇਹਦਾ ਕੀ ਕਾਰਨ? ਸੰਧਾਲੀਆ ਸਾਹਿਬ ਦੇਖੋ, ਜਿਹੜੀ ਰਾਜਨੀਤੀ ਆ ਨਾ, ਬੜੀ ਅਜੀਬ ਸ਼ੈ ਆ। ਠੀਕ ਹੈ, ਵੈਸੇ ਤਾਂ ਵਾਧੇ ਘਾਟੇ ਨਾਲ ਹੀ ਹੁੰਦੇ ਆ। ਪਿੰਡਾਂ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਨਾ, ਜੇ ਬੰਦਾ ਕੋਈ ਬਹੁਤਾ ਵੀ ਪੜ੍ਹ ਜਾਏ ਜਾਂ ਉਹਨੇ 4 ਪੈਸੇ ਵੀ ਕਮਾ ਲਏ। ਹੁਣ ਤਾਂ ਲੋਕ ਇਹ ਚੇਤਾ ਕਰਾਉਂਦੇ ਰਹਿੰਦੇ ਹੁੰਦੇ ਆ, ਉਹ ਇਹ ਤਾਂ ਰਿਕਸ਼ਿਆਂ ਦਾ ਕੰਮ ਕਰਦੇ ਹੁੰਦੇ ਸੀ, ਇਹਨਾਂ ਦੀ ਤਾਂ ਫਲਾਨੀ ਚੀਜ਼ ਦੀ ਦੁਕਾਨ ਸੀ, ਸਾਨੂੰ ਪਤਾ। ਹੁਣ ਹੀ ਰੌਲਾ ਪਾਉਂਦੇ ਆ, ਪਹਿਲਾਂ ਸਾਨੂੰ ਪਤਾ ਇਹ ਕੀ ਹੁੰਦੇ ਸੀ। ਉਹ ਚੀਜ਼ਾਂ ਜਿਹੜੀਆਂ ਨਾ ਸਾਡੇ ਦਿਮਾਗ ਦੇ ਵਿੱਚੋਂ ਨਹੀਂ ਜਾਂਦੀਆਂ। ਠੀਕ ਹੈ, ਇਹ ਗੱਲਾਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹੋਣ ਵਾਲੀ ਗੱਲ ਹੈ ਕਿ ਪਿਛਲੇ 7 ਸਾਲਾਂ ਦੇ ਵਿੱਚ ਭਾਰਤ ਨੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਅਗਾਂਹ ਨੂੰ ਕਦਮ ਪੱਟੇ ਆ, ਪਰ ਉਹ ਸਾਰੇ ਹਾਂ ਪੱਖੀ ਨਹੀਂ ਹੈਗੇ। ਜੋ 1947 'ਚ ਸੀ ਉਹ ਅੱਜ ਨਹੀਂ ਹੈਗਾ। ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ 1947 ਦੇ ਵਿੱਚ ਜਦੋਂ ਲੋਕ ਉੱਜੜ ਕੇ ਆਏ ਸੀ ਤਾਂ ਪਹਿਲੇ 10 ਸਾਲ ਜਿਹੜਾ ਪ੍ਰਧਾਨ ਮੰਤਰੀ ਹੋਏਗਾ ਉਹਦੇ ਸਾਹਮਣੇ ਚੁਣੌਤੀਆਂ ਮਹਾਮਾਰੀ ਤੋਂ ਛੋਟੀਆਂ ਥੋੜ੍ਹੀ ਹੋਣੀਆਂ। ਲੋਕੀ ਉੱਜੜ ਕੇ ਆਏ ਆ, ਘਰ-ਬਾਰ ਕੋਲ ਨਹੀਂ ਹੈਗਾ, ਜ਼ਮੀਨਾਂ ਕਿਹਨੂੰ ਅਲਾਟ ਕਰਨੀਆਂ, ਲੱਖਾਂ ਲੋਕ ਜਿਹੜੇ ਉਹ ਮਾਰੇ ਗਏ ਆ। ਜਾਣੀ ਜਿਹੜਾ ਤਾਂ ਬੰਦਾ ਬਹੁਤ ਸਿਆਣਪ ਦੇ ਨਾਲ, ਸੋਝੀ ਦੇ ਨਾਲ ਚੱਲੂਗਾ, ਉਹ ਕਹੂਗਾ ਕਿ ਭਾਈ ਜਿਹੜਾ ਪਿਛਲਿਆਂ ਨੇ ਚੰਗਾ ਕੀਤਾ ਤੁਹਾਡੇ ਸਾਹਮਣੇ ਆ। ਜੇ ਪਿਛਲਿਆਂ ਨੇ ਕੁਝ ਚੰਗਾ ਨਹੀਂ ਸੀ ਕੀਤਾ, ਅਸੀਂ ਉਹਦੇ ਤੋਂ ਸਿੱਖ ਕੇ ਉਹ ਗਲਤੀਆਂ ਦੁਹਰਾਵਾਂਗੇ ਨਹੀਂ। ਹੁਣ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਾਰੀ ਉਮਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਰਹਿਣਾ ਤੇ ਸਾਰੀ ਉਮਰ ਵਿਰੋਧੀ ਧਿਰ ਦੇ ਨੇਤਾ ਜਿਹੜੇ ਹੋਣ ਵਾਲੇ ਉਹਨਾਂ ਨੇ ਰਹਿਣਾ। ਬਿਲਕੁਲ ਠੀਕ। ਸੰਧਾਲੀਆ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੋਰ ਬੰਦੇ ਪ੍ਰਧਾਨ ਮੰਤਰੀ ਹੋਣਗੇ, ਕੇਂਦਰ ਦੀਆਂ ਸਰਕਾਰਾਂ ਚਲਾਉਣਗੇ, ਭਾਵੇਂ ਇਹਨਾਂ ਦੀ ਪਾਰਟੀ ਦੇ ਹੀ ਕਿਉਂ ਨਾ ਹੋਣ ਜਾਂ ਵੱਖਰੇ ਹੋਣ, ਉਹ ਵੀ ਗੱਲਾਂ ਕਰਨਗੇ। ਉਹ ਗੱਲਾਂ ਪਤਾ ਕੀ ਕਰਨਗੇ? ਕਿਉਂਕਿ ਆ ਜਿਹੜੀ ਪਾਲਿਸੀ ਹੁਣ 18 ਸਾਲ ਤੋਂ ਉੱਪਰ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਮੁਫਤ ਟੀਕੇ ਦੀ ਹੈ। ਇਹ ਪਹਿਲਾਂ ਇਦਾਂ ਨਹੀਂ ਸੀ। ਪਹਿਲਾਂ ਤਾਂ ਇਹੀ ਸੀ ਨਾ ਕਿ ਅੱਧੇ ਟੀਕੇ ਕੇਂਦਰ ਦੀ ਸਰਕਾਰ ਖਰੀਦੂ ਤੇ ਅੱਧੇ ਸੂਬੇ ਖਰੀਦ ਲਓ ਜਾਂ ਹਸਪਤਾਲ ਪ੍ਰਾਈਵੇਟ ਖਰੀਦ ਲਓ। ਉਹ ਵੀ ਕਹਿਣਗੇ ਕਿ ਭਾਈ 2-2.5 ਮਹੀਨੇ ਮਹਾਮਾਰੀ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ 25% ਲੋਕਾਂ ਤੋਂ ਹੱਥ ਖਿੱਚ ਕੇ ਰੱਖੇ। ਕਹਿ ਸਕਦੇ ਆ ਜੇ ਉਹਨਾਂ ਨੇ ਵੀ ਇਸੇ ਤਰੀਕੇ ਦੀ ਹੀ ਨਜ਼ਰ ਜਿਹੜੀ ਉਹ ਰੱਖੀ। ਹੁਣ ਤੁਸੀਂ ਦੇਖੋ ਕੀ ਰੌਲਾ ਨਹੀਂ ਪਿਆ ਪਿਛਲੇ ਸਮੇਂ 'ਚ। ਕਿਹੜੇ ਸੂਬੇ ਦੀ ਸਰਕਾਰ ਆ ਜਿਹੜੀ ਵਿਰੋਧੀ ਧਿਰ ਦੀ ਹੋਵੇ ਤਾਂ ਜਿਹੜੀ ਇਹ ਨਹੀਂ ਸੀ ਕਹਿੰਦੀ ਜੀ ਸਾਨੂੰ ਟੀਕੇ ਨਹੀਂ ਮਿਲਦੇ, ਫਲਾਣੇ ਨੂੰ ਵੱਧ ਦੇ ਦਿੱਤੇ, ਇਹਨੂੰ ਘੱਟ ਦੇ ਦਿੱਤੇ। ਮਹਾਮਾਰੀ ਦੇ ਮੌਕੇ ਤਾਂ ਇਕੱਠੇ ਚੱਲਣਾ ਸੀ ਤੇ ਇਕੱਠੇ ਤਾਂ ਚੱਲ ਹੋਣਾ ਸੀ ਜੇ ਸਾਰੇ ਟੀਕੇ ਕੰਪਨੀਆਂ ਤੋਂ ਕੇਂਦਰ ਦੀ ਸਰਕਾਰ ਖਰੀਦਦੀ, ਸੂਬਿਆਂ ਨੂੰ ਮੁਫਤ ਵੰਡਦੀ, ਸੂਬਿਆਂ ਦੀਆਂ ਸਰਕਾਰਾਂ ਅੱਗੇ ਲੋਕਾਂ ਨੂੰ ਬੜੇ ਆਰਾਮ ਦੇ ਨਾਲ ਲਾਉਂਦੀਆਂ। ਅਜੇ ਵੀ ਇੱਕ ਝੋਲ ਮੈਨੂੰ ਲੱਗਦੀ ਹੈ। ਕਹਿ ਤਾਂ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਨੇ, ਠੀਕ ਕੀਤਾ, ਜੋ ਵੀ ਕੀਤਾ ਠੀਕ ਕੀਤਾ। ਡਿਸਟ੍ਰੀਬਿਊਸ਼ਨ ਦੀ ਗੱਲ ਨਹੀਂ ਇੱਥੇ ਅਜੇ ਕਲੀਅਰ ਹੋਈ। ਦਿੱਲੀ ਵਾਲੇ ਕਹਿੰਦੇ ਸਾਨੂੰ ਘੱਟ ਮਿਲਦੇ ਆ, ਹਰਿਆਣੇ ਵਾਲੇ ਕਹਿੰਦੇ ਸਾਨੂੰ ਘੱਟ ਮਿਲਦੇ ਆ, ਇੱਕ ਹੋਰ ਸੂਬੇ ਵਾਲੇ ਕਹਿੰਦੇ ਸੀ ਦੇਖੋ ਜੀ ਮਹਾਰਾਸ਼ਟਰ ਨੂੰ ਕਿੰਨੇ ਦੇ ਦਿੱਤੇ, ਬਿਹਾਰ ਨੂੰ ਕਿੰਨੇ ਦੇ ਦਿੱਤੇ। ਉਹ ਡਿਸਟ੍ਰੀਬਿਊਸ਼ਨ ਦੀ ਪਾਲਿਸੀ ਵੀ ਤੈਅ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇੱਥੇ ਤੱਕ ਵੀ ਜੇ ਬਿਆਨ ਆਏ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਣ ਤੋਂ ਬਾਅਦ ਆਏ ਆ। ਸੰਧਾਲੀਆ ਸਾਹਿਬ, ਇੱਕ ਗੱਲ ਮੇਰੀ ਸਮਝ ਤੋਂ ਬਾਹਰ ਹੈ। ਜੇ ਕੇਂਦਰ ਦੀ ਸਰਕਾਰ ਸਾਰਿਆਂ ਨੂੰ ਮੁਫਤ ਟੀਕਾ ਲਾਉਣਾ ਚਾਹੁੰਦੀ ਹੈ ਤਾਂ ਬਾਕੀ 25% ਵੀ ਪ੍ਰਾਈਵੇਟ ਹਸਪਤਾਲਾਂ ਨੂੰ ਆਪਾਂ ਕਿਉਂ ਦੇਣੇ? ਜਾਂ ਤਾਂ ਕਹੋ ਨਾ ਕਿ ਵੈਕਸੀਨੇਸ਼ਨ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਕੇਂਦਰ ਸਰਕਾਰ ਤੋਂ ਖਰੀਦ ਹੀ ਨਹੀਂ ਹੁੰਦੀ। ਉਹ ਤਾਂ ਲਿਮਟਿਡ ਆ, ਆਬਾਦੀ ਸਾਡੀ ਬਹੁਤ ਆ। 80 ਕਰੋੜ ਤੋਂ ਵੱਧ ਲੋਕਾਂ ਨੂੰ ਆਪਾਂ ਦੀਵਾਲੀ ਤੱਕ ਮੁਫਤ ਅਨਾਜ ਦੇਣਾ ਹੈ। ਉਹ ਸਾਰੇ ਲੋਕਾਂ ਨੂੰ ਇੰਜੈਕਸ਼ਨ ਲੱਗ ਥੋੜੀ ਗਏ। ਹਾਂ, ਜਦੋਂ ਸਾਰਿਆਂ ਨੂੰ ਲੱਗ ਗਏ ਜਾਂ 90% ਦੀ ਆਬਾਦੀ ਨੂੰ ਲੱਗ ਗਏ, ਉਦੋਂ ਤਾਂ ਆਪਾਂ ਕਹੀਏ ਕਿ ਭਾਈ ਹੁਣ ਪ੍ਰਾਈਵੇਟ ਹਸਪਤਾਲ ਵਾਲੇ ਜਿਹੜੇ ਆ ਉਹ 5% ਜਾਂ 10% ਟੀਕੇ ਖਰੀਦ ਲਿਆ ਕਰੋ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੁਝ ਇੱਕ ਲੋਕਾਂ ਦੇ ਲਈ ਅਜੇ ਵੀ ਲਗਜ਼ਰੀ ਟ੍ਰੀਟਮੈਂਟ ਹੋਊਗਾ ਕਿ ਭਾਈ ਤੁਹਾਡੇ ਕੋਲੇ 1500 ਹੈਗਾ ਤਾਂ ਤੁਸੀਂ ਫਲਾਣੇ ਹਸਪਤਾਲ ਦੇ ਵਿੱਚ ਜਾ ਕੇ ਜਿੱਥੇ ਬਹੁਤ ਸਾਰਾ ਕੁਝ ਸਾਫ਼ ਹੈ ਉੱਥੋਂ ਲਵਾ ਲਓ। ਜਿਹੜਾ ਮਾੜਾ ਬੰਦਾ ਜਿਹਨੇ ਮੁਫਤ ਦੇ ਵਿੱਚ ਲਵਾਉਣਾ ਉਹ ਸਰਕਾਰੀ ਸੈਂਟਰ ਜਾ ਕੇ ਲਵਾ ਲਓ।
ਇਹ ਗੱਲ ਇਹ ਠੀਕ ਹੈ, ਤਦੇ ਤੇ ਵਿਰੋਧੀ ਧਿਰ ਵਾਲੇ ਵੀ ਆਂਦੇ ਵੀ ਦੇਰ ਆਏ ਪ੍ਰਧਾਨ ਮੰਤਰੀ ਜੀ, ਪਰ ਪੂਰਾ ਦਰੁਸਤ ਨਹੀਂ ਆਏ। ਕਿਉਂਕਿ ਇਹ ਜਿਹੜੀ ਗੱਲ ਹੈ ਨਾ ਕਿ ਵੀ ਬਾਕੀ ਸਾਰਿਆਂ ਨੂੰ 75% ਨੂੰ ਤਾਂ ਆਪਾਂ ਇਦਾਂ ਕਰ ਦਾਂਗੇ ਜੀ ਵੀ ਕੇਂਦਰ ਆਪਣਾ ਹਿੱਸਾ ਵੀ ਪਾ ਦੂ, ਸੂਬਿਆਂ ਦਾ ਹਿੱਸਾ ਵੀ ਉਹਨਾਂ ਨੂੰ ਦੇ ਦੂ, ਪਰ 150 ਰੁਪਏ ਨੂੰ ਦਵਾਈ ਜਿਹੜੀ ਉਹ ਪ੍ਰਾਈਵੇਟ ਹਸਪਤਾਲ ਨੂੰ ਦੇਣ ਦੀ ਜਿਹੜੀ ਗੱਲ ਰੱਖ ਲਈ, ਉਹਦੇ 'ਚ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੁਣ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਦੋਸ਼ ਲਾਉਂਦੇ ਰਹੇ ਆ ਕਿ ਵੀ ਹਾਂਜੀ ਵੱਡੇ ਵੱਡੇ ਘਰਾਣਿਆਂ ਦੇ ਨਾਲ ਹੀ ਰਾਣੇ ਨੇ ਉਸ ਪਾਰਟੀ ਦੇ, ਉਹਨਾਂ ਪਰਿਵਾਰਾਂ ਦਾ ਰਹਿਣ ਸਹਿਣ ਵੀ ਤਾਂ ਦੇਖਿਆ ਹੀ ਹੋਊਗਾ ਵੀ ਯਾਰ ਹੁਣ ਇਹ ਥੋੜ੍ਹਾ ਹੋਊਗਾ ਵੀ ਮਤਲਬ ਜਿੱਦਾਂ ਦੀ ਸਰਕਾਰੀ ਹਸਪਤਾਲ ਦੀ ਬਿਲਡਿੰਗ ਹੁੰਦੀ ਆ, ਹੁਣ ਤੁਸੀਂ ਆਪ ਸੋਚੋ ਵੀ ਜਿੱਦਾਂ ਦਾ ਗੇਟ, ਜਿੱਦਾਂ ਦੀ ਗਲੀ ਤੇ ਜਿੱਦਾਂ ਦਾ ਮੋੜ ਹੁੰਦਾ, ਜਿਹੜੀ ਵੱਡੀ ਗੱਡੀ ਅਮੀਰ ਤਰੀਨ ਲੋਕਾਂ ਕੋਲ ਹੁੰਦੀ ਉਹ ਤਾਂ ਉੱਥੇ ਵੜਨੀ ਨਹੀਂ, ਤੇ ਅਗਲੇ ਫਿਰ ਟੀਕਾ ਕਿੱਦਾਂ ਲਵਾਉਣਗੇ? ਇੱਦਾਂ ਥੋੜ੍ਹਾ ਹੋਏਗਾ ਵੀ ਹੁਣ ਮੈਂ ਅਮੀਰ ਤਰੀਨ ਬੰਦਾ ਤੇ ਮੈਂ ਆਖਾਂ ਵੀ ਫ੍ਰੀ ਵਾਲਾ ਟੀਕਾ ਲਾ ਦਿਓ, ਉਹ ਕਹਿਣਗੇ ਅਸੀਂ ਪੈਸੇ ਦਿੰਦੇ ਹਾਂ। ਉਹ ਮੇਰਾ ਖਿਆਲ ਉਹਨਾਂ ਰੱਖਿਆ ਵੀ ਬੰਦੇ ਨੂੰ ਜਿਹਨੂੰ ਜ਼ਿਆਦਾ ਖਾਰਸ਼ ਹੈ ਵੀ ਨਹੀਂ ਯਾਰ ਮੈਂ ਪੈਸੇ ਖਰਚ ਕੇ ਟੀਕਾ ਲਵਾਉਣਾ, ਉਹਦਾ ਕਰਕੇ ਹੋ ਸਕਦਾ ਵਿੰਡੋ ਇੱਕ ਰੱਖ ਲਈ ਹੋਵੇ। ਸੰਧਾਲੀਆ ਸਾਹਿਬ ਉਹ ਵੀ 150 ਦਾ ਨਹੀਂ ਹੈਗਾ, ਉਹਦੇ ਵਿੱਚ ਪਹਿਲਾਂ ਮੰਨ ਲਓ ਕਿ 1200 ਦਾ ਟੀਕਾ, ਉਹਦੇ ਵਿੱਚ ਕਲੀਅਰ ਕੀਤਾ ਕਿ 1200 ਤੋਂ ਉੱਪਰ ਤੁਸੀਂ ਵੱਧ ਤੋਂ ਵੱਧ 150 ਲੈ ਸਕਦੇ ਹੋ। ਇਹਦਾ ਮਤਲਬ ਹੈ ਜੇ ਤਾਂ 150 ਦਾ ਹੁੰਦਾ ਆਮ ਬੰਦਾ ਵੀ ਕੌੜਾ ਘੁੱਟ ਭਰ ਲੈਂਦਾ ਕਿ 5 ਜੀ ਆ ਚਲੋ 150 ਦੇ ਹਿਸਾਬ ਨਾਲ 750 ਰੁਪਇਆ ਖਰਚ ਲਓ, ਪਰ ਜੇ ਟੀਕਾ ਹੀ 1200 ਦਾ ਮਿਲੂਗਾ ਤੇ 150 ਉੱਪਰ ਆ ਉਹ 1350 ਹੋ ਗਿਆ। ਤਾਂ ਜੇ ਕਿਸੇ ਦੇ 5 ਜੀ ਆ ਤੁਸੀਂ ਦੇਖੋ ਕਿ 5000 7000 8000 ਤੋਂ ਟੱਪ ਗਏ, ਉਹਨਾਂ ਦੇ ਪੱਲੇ ਤਾਂ ਹੈਸੀਅਤ ਇੰਨੀ ਹੈ ਨਹੀਂ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਜੇ ਵੀ ਝੋਲ ਉਸ ਸਥਿਤੀ ਦੀ ਹੈਗੀ ਹੈ। ਚਲੋ ਠੀਕ ਹੈ, ਪ੍ਰਧਾਨ ਮੰਤਰੀ ਸਾਹਿਬ ਨੇ ਪੋਲੀਓ ਦੀ ਉਦਾਹਰਣ ਦੇ ਦਿੱਤੀ ਕਿ ਅਸੀਂ ਬਹੁਤ ਤੇਜ਼ ਗਤੀ ਦੇ ਨਾਲ ਕੰਮ ਚਲਾਇਆ, ਹੁਣ ਦੀ ਉਦਾਹਰਣ ਦੇ ਦਿੱਤੀ ਕਿ ਇੰਨੀਆਂ ਕੰਪਨੀਆਂ ਭਾਰਤ ਦੇ ਵਿੱਚ ਦਵਾਈ ਜਿਹੜੀਆਂ ਉਹ ਬਣਾ ਰਹੀਆਂ ਨੇ, ਬਹੁਤ ਚੰਗੀ ਗੱਲ ਹੈ। ਠੀਕ ਹੈ, ਆਬਾਦੀ ਦਾ ਹੇਰ-ਫੇਰ ਹੈਗਾ, ਆਬਾਦੀ ਦਾ ਫਰਕ ਹੈ, ਪਰ ਅਮਰੀਕਾ ਦੇ ਵਿੱਚ 50% ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਦੋਵੇਂ ਡੋਜ਼ ਲੱਗ ਗਈਆਂ। ਬਿਲਕੁਲ ਸਹੀ। 70% ਤੋਂ ਵੱਧ ਲੋਕ ਉਹ ਨੇ ਜਿਨ੍ਹਾਂ ਨੂੰ ਇੱਕ ਡੋਜ਼ ਘੱਟੋ ਘੱਟ ਲੱਗ ਗਈ ਹੈ, ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇੰਨੇ ਕੁ ਦਿਨਾਂ ਦੇ ਬਾਅਦ ਅਸੀਂ ਹੁਣ ਵੇਚਣੀਆਂ ਸ਼ੁਰੂ ਕਰ ਦੇਣੀਆਂ। ਮੈਕਸੀਕੋ ਵਾਲਿਆਂ ਨੂੰ ਪੁੱਛਣ ਲੱਗ ਪਏ, ਬਾਕੀਆਂ ਨੂੰ ਪੁੱਛਣ ਲੱਗ ਪਏ ਦੱਸੋ ਭਾਈ ਕਿੰਨੀ ਚਾਹੀਦੀ ਹੈ। ਇੱਥੋਂ ਤੱਕ ਕਿ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਆਪਣੇ ਬੰਦੇ ਛੱਡੇ ਹੋ ਆ, ਸੈਂਟਰ ਬਣੇ ਹੋ ਆ ਕਿ ਭਾਈ ਆਣ ਕੇ ਜਿਹੜਾ ਜੀ ਕਰਦਾ ਮਾੜੀ ਜਿਹੀ ਆਈਡੀ ਦਿਖਾਓ ਲਵਾਈ ਜਾਓ। ਤੇ ਅਸੀਂ ਅਜੇ ਬਹੁਤ ਪਛੜੇ ਆ। ਇਸ ਮੌਕੇ ਤੇ ਰਾਜਨੀਤੀ ਕਰਨ ਦਾ ਸਮਾਂ ਨਹੀਂ, ਭਾਵੇਂ ਉਹ ਪ੍ਰਧਾਨ ਮੰਤਰੀ ਸਾਹਿਬ ਨੇ, ਸੱਤਾਧਾਰੀ ਧਿਰ ਹੈ, ਭਾਵੇਂ ਵਿਰੋਧੀ ਧਿਰ ਹੈ, ਲੋਕ ਬਚਾਉਣ ਦਾ ਸਮਾਂ। ਆ ਜਿਹੜੇ ਵਿੱਚ ਪੜਾਅ ਜਿਹਾ ਰੱਖੇ ਹੋ ਨਾ ਖਤਮ ਕਰਨੇ ਚਾਹੀਦੇ ਆ। ਜੇ ਪੜਾਅ ਵੀ ਖਤਮ ਕਰਨੇ ਚਾਹੀਦੇ ਆ, ਪਰ ਦੂਜੇ ਪਾਸੇ ਪਤਾ ਨਹੀਂ ਕਿਉਂ ਇਹ ਸਾਰੇ ਕੁਛ ਦੇ ਉਲਟ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਵੀ ਇਹ ਕਰੋਨਾ ਹੀ ਸਾਹ ਜਿਹਾ ਲੈਣ ਲੱਗ ਪਿਆ, ਹੋਰ ਗੱਲ ਕੋਈ ਨਹੀਂ ਹੈ ਨਾ। ਜਦੋਂ ਪਹਿਲਾ ਫੇਜ਼ ਆਇਆ ਸੀ ਉਦੋਂ ਵੀ ਜਦੋਂ ਉਹ ਚਲਾ ਤਾਂ ਆਪਣੇ ਹਿਸਾਬ ਨੇ ਗਿਆ, ਪਰ ਉਦੋਂ ਬਾਅਦ ਕਿਸੇ ਨੇ ਕੋਈ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਵੀ ਯਾਰ ਇਹ ਦੁਬਾਰਾ ਆ ਗਿਆ ਤੇ ਫਿਰ ਕੀ ਕਰਾਂਗੇ। ਉਦੋਂ ਮਤਲਬ ਇਸੇ ਚੀਜ਼ ਦੇ ਉੱਪਰ ਸੀਗਾ ਵੀ ਨੰਬਰ ਬਣਾ ਲਓ, ਨੰਬਰ। ਦੇਖਿਆ ਅਮਰੀਕਾ ਡੁੱਬ ਗਿਆ, ਵੇਖਿਆ ਯੂਕੇ ਵਾਲਿਆਂ ਨੂੰ ਰਾਹ ਨਹੀਂ ਲੱਭਣ ਡਿਆ, ਵੇਖਿਆ ਯੂਰਪ ਦੀਆਂ ਲੱਤਾਂ ਇਹ ਲੱਗੀਆਂ, ਅਸੀਂ ਦੇਖੋ ਕਰੋਨਾ ਦੇ ਨਾਲ ਕਿੱਦਾਂ ਲੜੇ। ਹੁਣ ਜਦੋਂ ਮੈਨੂੰ ਲੱਗਦਾ ਵੀ ਦੂਸਰੀ ਵੇਵ ਉਹ ਆਪਣੇ ਤੌਰ ਹੀ ਨਿਕਲ ਗਈ ਹੈ, ਚਰਚਾ ਤੀਜੀ ਦੀ ਵੀ ਚੱਲਦੀ ਪਈ ਹੈ, ਉਦੋਂ ਅਚਾਨਕ ਤੋਂ ਆਪਾਂ ਅਜੇ ਵੀ ਫਿਰ ਉਹੀ ਕੰਮ ਕਰਨਾ ਵੀ ਆਪਾਂ ਬਸ ਇਹ ਕਰੋ ਵੀ ਸੈਟਿੰਗ ਕਰ ਲਓ ਸਾਰੀ, ਪਤਾ ਲੱਗੇ ਵੀ ਜੋ ਕੀਤਾ ਆਪਾਂ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। ਰੱਬ ਨਾ ਕਰੇ ਕੱਲ੍ਹ ਨੂੰ ਤੀਜੀ ਵੇਵ ਆ ਜੇ ਤੇ ਇਹ ਨਾ ਹੋਵੇ ਮੁੜ ਕੇ ਨਾ ਟੀਕਾ ਲੱਭੇ ਤੇ ਨਾ ਆਕਸੀਜਨ ਵਾਲਾ ਸਿਲੰਡਰ ਹੀ ਲੱਭੇ। ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ ਸਾਲ ਸਤੰਬਰ ਅਕਤੂਬਰ ਦੇ ਵਿੱਚ ਕੰਮ ਠੰਡਾ ਪੈ ਗਿਆ ਸੀ ਤੇ ਨਵੰਬਰ 'ਚ ਐਨ ਠੰਡਾ ਪੈ ਗਿਆ ਸੀ। ਉਹਦੇ ਤੋਂ 4 ਮਹੀਨੇ ਬਾਅਦ ਪੱਛਮੀ ਬੰਗਾਲ ਦੀਆਂ ਚੋਣਾਂ ਸੀ, ਅਸੀਂ ਸਾਰੇ ਢਿੱਲੇ ਪੈ ਗਏ, ਰੈਲੀਆਂ ਹੋਣ ਲੱਗ ਪਈਆਂ, ਠਾਠਾ ਕਰਾਤੀ ਸਾਡੇ ਲੀਡਰਾਂ ਨੇ। ਬਿਲਕੁਲ ਉਹੀ ਸਮਾਂ ਆ ਜਾਣਾ, ਜੂਨ ਚੱਲਦਾ, 2 ਮਹੀਨਿਆਂ ਤੱਕ ਉਮੀਦ ਹੈ ਕਿ ਆ ਜਿਹੜੀ ਸੈਕੰਡ ਵੇਵ ਆ ਇਹਨੇ ਮੱਠੀ ਪੈ ਜਾਣਾ। ਜੁਲਾਈ ਤੇ ਅਗਸਤ ਹੋ ਗਿਆ, ਉਦੋਂ ਤੱਕ ਪੰਜਾਬ, ਉੱਤਰਾਖੰਡ ਤੇ ਯੂਪੀ ਦੀਆਂ ਚੋਣਾਂ ਦੇ ਵਿੱਚ ਮਹੀਨੇ 5 ਰਹਿ ਜਾਣੇ ਆ। ਸਿਆਸਤਦਾਨਾਂ ਨੇ ਧੂੜਾਂ ਫੇਰ ਚੱਕ ਦੇਣੀਆਂ। ਹਾਲਾਂਕਿ ਜਿਹੜੇ ਮੈਡੀਕਲ ਐਕਸਪਰਟ ਨੇ ਉਹਨਾਂ ਨੇ ਚੇਤਾਵਨੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਤੀਸਰੀ ਵੇਵ ਤੋਂ ਬਚ ਜਾਓ, ਆ ਸਕਦੀ ਹੈ, ਪਰ ਇਹਨਾਂ ਨੇ ਉਹ ਨਹੀਂ ਦੇਖਣਾ, ਇਹਨਾਂ ਨੇ ਸਿਆਸੀ ਪਤੀਲੇ ਮਾਂਜਣੇ ਆ। ਤੇ ਜੇ ਐਤਕੀ ਵੀ ਇਹਨਾਂ ਨੇ ਸਬਕ ਨਾ ਸਿੱਖਿਆ, ਵੱਡੇ ਇਕੱਠ ਕਰਨਗੇ, ਉਧਰਲੇ ਪਾਸੇ ਨੂੰ ਤੁਰਨਗੇ, ਬਾਕੀ ਚੀਜ਼ਾਂ ਦੀ ਪ੍ਰੋਡਕਸ਼ਨ ਦੇ ਵੱਲ ਧਿਆਨ ਨਹੀਂ ਦੇਣਗੇ। ਥਰਡ ਵੇਵ ਦੇ ਵਿੱਚ ਕਿਹੜੀਆਂ ਨਵੀਆਂ ਤਬਦੀਲੀਆਂ ਹੋ ਕੇ ਆ ਗਈਆਂ ਤੇ ਅਸੀਂ ਬਚਣਾ ਕਿੱਦਾਂ ਆ, ਜੇ ਉਧਰਲੇ ਪਾਸੇ ਧਿਆਨ ਨਾ ਦੇ ਕੇ ਆਪੋ ਆਪਣੀ ਡਫਲੀ ਤੇ ਆਪੋ ਆਪਣਾ ਰਾਗ ਰਿਹਾ, ਫਿਰ ਲੋਕਾਂ ਮਾਫ ਨਹੀਂ ਕਰਨਾ। ਇਹ ਤਾਂ ਗੱਲ ਹੈਗੀ ਆ। ਨਾਲੇ ਦੇ ਵੀ ਦੱਸ ਦਈਏ ਵੀ ਕੋਵੈਕਸੀਨ ਜਿਹੜੀ ਹੈਗੀ ਆ ਉਹਦੀ ਲਈ ਮਤਲਬ ਡਾਕਟਰਾਂ ਨੇ ਟਰਾਇਲ ਸ਼ੁਰੂ ਕਰਤਾ 2 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਵਿੱਚ, ਮਤਲਬ ਉਹਦੇ ਵਿੱਚ ਕਹਿ ਲਓ ਕਿ ਟੀਨਏਜਰਸ ਵੀ ਆ ਗਏ, ਛੋਟੇ ਬੱਚੇ ਵੀ ਆ ਗਏ, ਵੀ ਉਹਨਾਂ ਦੇ ਉੱਪਰ ਦਵਾਈ ਕਿਵੇਂ ਅਸਰ ਦਿਖਾਉਂਦੀ ਆ। ਵੀ ਜੇ ਉਹ ਕਾਮਯਾਬ ਹੋ ਜਾਂਦਾ ਇਹਦਾ ਮਤਲਬ ਫਿਰ ਇਹ ਮੰਨਿਆ ਜਾਵੇ ਕਿ 2 ਸਾਲ ਤੋਂ ਲੈ ਕੇ ਤੇ ਵੱਡੀ ਉਮਰ ਤੱਕ ਸਾਰਿਆਂ ਦੇ ਟੀਕਾ ਲੱਗਣਾ। ਫਿਰ ਮੈਂ ਇਹ ਸੋਚਦਾ ਸੀ ਵੀ ਜੇ ਮੰਨ ਲਓ ਹੋਰ ਮਹੀਨੇ ਤੱਕ ਕਿਹੜਾ ਟੀਕੇ ਸਾਰਿਆਂ ਦੇ ਲੱਗ ਚੱਲਿਆ, ਉਧਰੋਂ ਵੀ ਹਰੀ ਝੰਡੀ ਮਿਲ ਜਾਂਦੀ ਹੈ ਵੀ ਹਾਂਜੀ ਦਵਾਈ ਲੱਗ ਸਕਦੀ ਆ, ਤਾਂ 2 ਸਾਲ ਤੋਂ ਲੈ ਕੇ ਜੇ ਵੱਡੀ ਉਮਰ ਤੱਕ ਦੀ ਆਬਾਦੀ ਭਾਰਤ ਦੇਸ਼ ਮਹਾਨ ਦੀ ਗਿਣਨ ਲੱਗ ਪਈ ਤੇ ਫਿਰ ਤੁਸੀਂ ਆਪ ਸੋਚੋ ਵੀ ਕਿੰਨੇ ਲੋਕਾਂ ਨੂੰ ਟੀਕੇ ਚਾਹੀਦੇ ਆ, ਤੇ ਇਹ ਨਾ ਹੋਵੇ ਬਾਅਦ 'ਚ ਸਰਕਾਰ ਇਹ ਸੋਚੇ ਵੀ ਯਾਰ ਹੁਣ ਸਾਨੂੰ ਲੱਭਦੀ ਨਹੀਂ ਦਵਾਈ ਕਿਤੇ। ਸੰਧਾਲੀਆ ਸਾਹਿਬ ਦੇਖੋ, ਆਹ ਸਾਲ ਤਾਂ ਇੱਦਾਂ ਹੀ ਲੰਘਣਾ, ਆਹ ਸਾਰੇ ਸਾਲ 31 ਦਸੰਬਰ ਤੱਕ ਵੀ ਜੇ ਸਾਰਿਆਂ ਨੂੰ ਆਪਾਂ ਇੰਜੈਕਸ਼ਨ ਲਾ ਦਈਏ ਤਾਂ ਉਹ ਬਹੁਤ ਵੱਡੀ ਗੱਲ ਹੈ।
ਉਹ ਵੀ ਉਸ ਵੇਲੇ ਜਦੋਂ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੀ ਵੀ ਹੈ ਜਿਨ੍ਹਾਂ ਦੇ ਕੋਲ ਸਟੇਟਸ ਹੀ ਕੋਈ ਨਹੀਂ। ਬਹੁਤ ਸਾਰੇ ਲੋਕ ਨੇ ਨਾਗਰਿਕਤਾ ਵਾਲੇ ਮਸਲੇ ਦੇ ਵਿੱਚ ਆਪਾਂ ਦੇਖਿਆ ਕਿ ਕਿੱਧਰਲੇ ਪਾਸੇ ਨੂੰ ਜਾ ਕੇ ਜਿਹੜੀਆਂ ਤੰਦਾਂ ਫਸੀਆਂ। ਉਮੀਦ ਕਰਨੀ ਚਾਹੀਦੀ ਹੈ ਕਿ ਇਸ ਮਸਲੇ ਦੇ ਉੱਤੇ ਹੋਰ ਸਿਆਸਤ ਹੁਣ ਨਾ ਹੋਵੇ। ਬਿਲਕੁਲ ਸਹੀ, ਚਲੋ ਨਾ ਹੋਵੇ ਤਾਂ ਵਧੀਆ ਗੱਲ ਹੈ। ਪਰ ਇਹ ਸਾਰੇ ਕੁਛ ਜਿਹੜਾ ਪੰਜਾਬ ਕਾਂਗਰਸ ਵਾਲਾ ਕੰਮ ਹੈ ਉਹਦੇ ਬਾਰੇ ਵੀ ਮੇਰਾ ਖਿਆਲ ਹੁਣ ਉਹ ਵਿਰੋਧੀ ਨਹੀਂ ਟਲਦੇ। ਜੇ ਥੋੜ੍ਹੇ ਦਿਨ ਪਹਿਲਾਂ ਉਹ ਵੈਕਸੀਨ ਵਾਲਾ ਕੰਮ ਚੱਲਿਆ ਸੀ ਵੀ ਉੱਧਰੋਂ ਤਾਂ ਫ੍ਰੀ ਮਿਲੀ ਏ, ਇੱਧਰ ਵੇਚ ਦਿੱਤੀ ਏ, ਉਹ ਗੱਲ ਰੌਲਾ ਰੱਪਾ ਪੈਣ ਤੋਂ ਬਾਅਦ ਕਾਂਗਰਸ ਵਾਲਿਆਂ ਨੇ ਭਾਈ ਸਾਹਿਬ ਜਾਂ ਸਰਕਾਰ ਨੇ, ਪੰਜਾਬ ਸਰਕਾਰ ਨੇ ਕਿਹਾ ਵੀ ਨਹੀਂ ਵਾਪਸ ਲੈ ਲਓ, ਇੱਦਾਂ ਦੀ ਗੱਲ ਕੋਈ ਨਹੀਂ। ਪਰ ਐਂ ਲੱਗਦਾ ਵੀ ਹੁਣ ਜਿੱਦਾਂ ਨਾ ਵਿਰੋਧੀਆਂ ਨੇ ਉਹ ਜਿਹੜੀਆਂ ਪੁਰਾਣੇ ਸਮੇਂ 'ਚ ਚਿੱਠੀਆਂ ਜਮ੍ਹਾਂ ਕਰ ਰੱਖੀਆਂ ਸੀ ਨਾ, ਉਹ ਇੱਕ ਵਰਕਾ ਖਿਲਾਰ ਲੈਂਦੇ, ਉਦੋਂ ਬਾਅਦ ਫਿਰ ਦੂਜਾ ਫੜ ਲੈਂਦੇ। ਹੁਣ ਕਹਿੰਦੇ ਇਹਨੂੰ ਪਾੜ ਕੇ ਖਿਲਾਰਾਂਗੇ। ਹੁਣ ਕਹਿੰਦੇ ਜਿਹੜੀਆਂ ਫਤਿਹ ਕਿੱਟਾਂ ਸੀ, ਫਤਿਹ ਕਿੱਟ ਮਤਲਬ ਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਕਰੋਨਾ ਪੀੜਤ ਹੋ ਜਾਂਦਾ ਸੀ ਉਹਨੂੰ ਸਰਕਾਰ ਵੱਲੋਂ ਇੱਕ ਕਿੱਟ ਦਿੱਤੀ ਜਾਂਦੀ ਸੀ, ਜਿਸ 'ਚ ਕੁਛ ਗੋਲੀਆਂ, ਕੋਈ ਉਹ ਆਕਸੀਮੀਟਰ, ਕੁਛ ਥਰਮਾਮੀਟਰ ਜਾਂ ਟਾਈਪ ਚੀਜ਼ਾਂ, ਮਾਸਕ ਮੂਸਕ। ਹੁਣ ਉਹਦੇ ਜਿਹੜਾ ਟੈਂਡਰ ਹੋਏ ਉਹਦੇ 'ਚ ਝੋਲ ਹੈ, ਕਹਿੰਦੇ ਵੀ 837 ਰੁਪਈਆਂ ਦੀ ਆਉਣੀ ਚਾਹੀਦੀ ਸੀ ਤੇ 1338 ਦੀ ਪੰਜਾਬ ਸਰਕਾਰ ਜਿਹੜੀ ਉਹਨੇ ਲਈ ਹੈ। 837 ਤੋਂ 1338 ਦੇ ਵਿਚਲੇ ਜਿਹੜੇ ਪੈਸੇ ਹੈ ਉਹ ਕਹਿੰਦੇ ਰਕਮ ਵਾਹਵਾ ਬਣਦੀ ਹੈ ਤੇ ਆਮ ਆਦਮੀ ਪਾਰਟੀ ਵਾਲਿਆਂ ਦਾ ਦੋਸ਼ ਹੈ ਵੀ ਇਹਦੇ ਵਿੱਚ ਵੀ ਘਪਲੀ ਹੋਈ ਹੈਗੀ। ਸੰਧਾਲੀਆ ਸਾਹਿਬ ਦੇਖੋ, ਜਿੱਥੋਂ ਤੱਕ ਤਾਂ ਟੀਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੀ ਗੱਲ ਹੈ ਕਿ ਉਹਦੇ ਵਿੱਚੋਂ ਰੁਪਈਏ ਸਰਕਾਰ ਨੇ ਕਮਾ ਲਏ, ਉਸ ਮੁੱਦੇ ਦੇ ਉੱਤੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਦੀ ਕੋਠੀ ਘੇਰੀ ਹੈ, ਉਹਨਾਂ ਨੇ ਤਾਂ ਸਿੱਧਾ ਹੀ ਕਿਹਾ ਕਿ ਭਾਈ ਜਦੋਂ ਸਾਡੀ ਸਰਕਾਰ ਬਣ ਗਈ ਪਹਿਲੇ ਨੰਬਰ ਦੇ ਉੱਤੇ ਧਰਮਸੋਤ ਨੂੰ ਅੰਦਰ ਦੇਣਾ, ਮੰਤਰੀ ਸਾਹਿਬ ਨੇ, ਸਾਧੂ ਸਿੰਘ ਹੋਰੀ। ਦੂਸਰੇ ਨੰਬਰ ਦੇ ਉੱਤੇ ਬਲਵੀਰ ਸਿੰਘ ਸਿੱਧੂ ਹੋਰਾਂ ਨੂੰ ਅੰਦਰ ਦੇਣਾ ਤੇ ਨਾਲ ਇੱਕ ਗੱਲ ਹੋਰ ਕਹਿਤੀ ਕਿ ਸਾਡੇ ਕੋਲ ਹੋਰ ਵੀ ਇਹਨਾਂ ਦਾ ਬਹੁਤ ਕੁਝ ਪਿਆ, ਇੰਨੀ ਤਰੀਕ ਤੱਕ ਜੇ ਇਹਨਾਂ ਤੋਂ ਅਸਤੀਫਾ ਨਾ ਲਿਆ ਤਾਂ ਅਸੀਂ ਸਾਰਾ ਕੁਝ ਸਾਹਮਣੇ ਰੱਖ ਦਿਆਂਗੇ। ਵੈਸੇ ਲੋਕਾਂ ਦੇ ਹਿੱਤ ਦੇ ਵਿੱਚ ਤਾਂ ਇਹ ਗੱਲ ਹੈ ਕਿ ਜੇ ਭਾਈ ਕਿਸੇ ਨੇ ਰੁਪਈਆ ਧੇਲਾ ਵੀ ਇੱਧਰ ਉੱਧਰਲੇ ਪਾਸੇ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ 15 ਤਰੀਕ 12 ਤਰੀਕ 8 ਤਰੀਕ ਉਡੀਕਣੀ ਨਹੀਂ ਚਾਹੀਦੀ। ਹੁਣੇ ਸਾਰਾ ਕੁਝ ਲੋਕਾਂ ਦੀ ਕਚਹਿਰੀ 'ਚ ਰੱਖਣ ਦੀ ਜਗ੍ਹਾ ਦੇ ਉੱਤੇ ਚਲੋ ਇੱਥੇ ਵੀ ਰੱਖਣਾ ਰੱਖ ਦੇਣ, ਅਦਾਲਤ ਚਲੇ ਜਾਣ, ਪਰਚਾ ਕਰਾ ਦੇਣ ਕਿ ਭਾਈ ਆਹ ਸਬੂਤ ਆ, ਇੱਥੇ ਘਪਲਾ ਹੋਇਆ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਤੇ ਸਿਹਤ ਮੰਤਰੀ ਸਾਹਿਬ ਦੇ ਉੱਤੇ ਪਰਚਾ ਬਣਦਾ ਹੈ। ਦੂਸਰੀ ਗੱਲ, ਹੁਣ ਨਾਲ ਦੀ ਨਾਲ ਜਿਸ ਤਰੀਕੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਭਾਈ ਆ ਫਤਿਹ ਕਿੱਟਾਂ 'ਚ ਘਪਲਾ ਹੋ ਗਿਆ, ਠੀਕ ਹੈ ਤੁਹਾਡੀ ਗੱਲ ਕਿ 837 ਤੇ 1338 ਜਾਨੀ 500 ਤੇ 1 ਰੁਪਈਏ ਦਾ ਇੱਕ ਕਿੱਟ 'ਚ ਘਪਲਾ ਦੱਸਦੇ ਆ। ਪਰ ਉਹਦੇ ਵਿੱਚ ਮੈਨੂੰ ਐਂ ਲੱਗਦਾ ਕਿ ਅਗਲਿਆਂ ਨੇ ਕਹਿ ਦੇਣਾ ਜੀ ਪਹਿਲਾ ਟੈਂਡਰ ਜਿਹੜਾ ਦਿੱਤਾ ਸੀ ਉਹਦੀ ਸਪਲਾਈ ਲੇਟ ਮਿਲਦੀ ਸੀ, ਉਹਦੀ ਸਪਲਾਈ ਆ ਹੁੰਦੀ ਸੀ, ਇਹਦੇ ਵਿੱਚ ਅਸੀਂ ਵੱਖਰੀ ਕੰਪਨੀ ਦੀ ਚੀਜ਼ ਲਿਆਂਦੀ ਆ, ਉਹਦੇ ਵਿੱਚ ਆਕਸੀਮੀਟਰ ਜਿਹੜੇ ਆ ਉਹਨਾਂ ਦਾ ਮਿਆਰ ਇਦਾਂ ਦਾ ਸੀ, ਉਹ ਠੀਕ ਨਹੀਂ ਸੀ ਦੱਸਦੇ। ਹੋ ਸਕਦਾ ਕਿ ਭਾਈ ਅਗਲੇ ਤਿਲਕ ਕੇ ਬਚ ਕੇ ਇੱਧਰ ਉੱਧਰ ਦੀ ਨਿਕਲ ਜਾਣ। ਪਰ ਸੰਧਾਲੀਆ ਸਾਹਿਬ ਤੁਸੀਂ ਦੇਖੋ, ਇਹ ਸਾਡੇ ਦੇਸ਼ ਦੀ ਤਰਾਸਦੀ ਹੈ, ਇਹ ਸਾਡੇ ਦੇਸ਼ ਦੇ ਲੋਕਾਂ ਦੀ ਕਿਸਮਤ ਦੇ ਵਿੱਚ ਆਪਾਂ ਯਕੀਨ ਤਾਂ ਨਹੀਂ ਰੱਖਦੇ, ਪਰ ਸ਼ਬਦ ਬੋਲੇ ਜਾਂਦਾ ਹੁੰਦਾ ਮਾੜੀ ਕਿਸਮਤ ਵਾਲੀ ਗੱਲ ਹੀ ਹੈ ਕਿ ਲੋਕਾਂ ਨੂੰ ਜੇ ਵੈਂਟੀਲੇਟਰ ਚਾਹੀਦੇ ਸੀ ਉਹਦੇ ਵਿੱਚ ਰੌਲਾ ਪੈਂਦਾ ਕਿ ਭਾਈ ਕਿਤੇ ਰੁਪਈਆਂ ਦਾ ਏੜਗੇੜ ਹੋਇਆ, ਲੱਗਦਾ ਬਹੁਤੇ ਵੈਂਟੀਲੇਟਰ ਸਰਕਾਰੀ ਹਸਪਤਾਲਾਂ 'ਚ ਚੱਲੇ ਹੀ ਨਾ, ਫੌਜ ਬੁਲਾਉਣੀ ਪਈ। ਤੇ ਦੂਸਰੇ ਪਾਸੇ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਦੇ ਤੇ ਉਹਦਾ ਰੌਲਾ ਪੈ ਗਿਆ। ਇਹਦੇ ਤੋਂ ਇਲਾਵਾ ਬਿਹਾਰ ਦੇ ਵਿੱਚ ਜਦੋਂ ਆਪਾਂ ਐਂਬੂਲੈਂਸਾਂ ਖੜੀਆਂ ਦੇਖੀਆਂ ਸੀ ਤਰਪਾਲਾਂ ਪਾ ਕੇ ਕਿ ਭਾਈ ਡਰਾਈਵਰ ਹੈ ਨਹੀਂ, ਤਾਂ ਲੋਕ ਬਿਨਾਂ ਐਂਬੂਲੈਂਸ ਤੋਂ ਘਰਾਂ 'ਚ ਹੀ ਮਰੀ ਜਾਂਦੇ ਸੀ। ਫਿਰ ਆਪਾਂ ਐਂਬੂਲੈਂਸ ਦੇ ਵਿੱਚ ਰੇਟ ਤੋਂ ਹੁੰਦੀ ਵੀ ਦੇਖੀ ਸਰਕਾਰੀ ਐਂਬੂਲੈਂਸ ਦੇ ਵਿੱਚ। ਇਹ ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਲੋਕਾਂ ਨੇ ਇਸ ਮੌਕੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸੰਸਕਾਰ ਕਰਨ ਦੇ ਪੈਸੇ ਨਹੀਂ ਤੇ ਲਾਸ਼ਾਂ ਨਦੀਆਂ 'ਚ ਸਿੱਟੀਆਂ, ਫੁੱਟ ਤੇ ਦੱਬ ਗਏ ਤੇ ਕੁੱਤਿਆਂ ਨੇ ਲਾਸ਼ਾਂ ਘੜੀਸੀਆਂ ਸੀ, ਚੇਤੇ ਕਰਿਆ ਕਰਾਂਗੇ। ਇਹ ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਦੁਨੀਆ ਭਰ ਦੇ ਵਿੱਚੋਂ ਲੋਕਾਂ ਨੇ, ਜਿਹੜੇ ਭਾਰਤੀ ਮੂਲ ਦੇ ਲੋਕ ਸੀ, ਉਹਨਾਂ ਨੇ ਪੈਸੇ ਇਕੱਠੇ ਕੀਤੇ ਤੇ ਨਾਲ ਦੀ ਨਾਲ ਆਕਸੀਜਨ ਵਾਲੇ ਯੰਤਰ ਜਿਹੜੇ ਆ ਉਹਨਾਂ ਨੇ ਖਰੀਦ ਕੇ ਭਾਰਤ ਨੂੰ ਭੇਜੇ ਕਿ ਭਾਈ ਆਹ ਚੱਕੋ ਸਾਡੇ ਵੱਲੋਂ, ਅਸੀਂ ਆਪਣੇ ਭਾਰਤ ਦੇ ਲੋਕਾਂ ਨੂੰ ਬਚਾਉਣਾ। ਤਾਂ ਇੱਥੇ ਆ ਕੇ ਉਹਨਾਂ ਤੇ GST ਲੱਗਦੀ ਰਹੀ, ਇੱਥੇ ਆ ਕੇ ਬਾਰ-ਬਾਰ ਦਾਅਵੇ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਕਸਟਮ ਕਲੀਅਰ ਹੋਣ ਨੂੰ ਕਈ ਦਿਨ ਲੱਗਦੇ ਰਹੇ। ਸਮਾਨ ਹਵਾਈ ਜਹਾਜ਼ ਦੇ ਉੱਤੇ, ਸਮੁੰਦਰੀ ਜਹਾਜ਼ ਦੇ ਉੱਤੇ ਭਾਰਤ ਦੀ ਹੱਦ ਤੱਕ ਪਹੁੰਚ ਜਾਂਦਾ ਸੀ ਛੇਤੀ, ਪਰ ਬਾਅਦ ਵਿੱਚ ਭਾਰਤ ਦੇ ਵੱਖਰੇ ਕੋਨੇ ਦੇ ਉੱਤੇ ਜਾਣ ਨੂੰ ਉਹਨੂੰ ਸਮਾਂ ਲੱਗਦਾ ਸੀ। ਲੋਕਾਂ ਦੀਆਂ ਉਸ ਵੇਲੇ ਜਾਨਾਂ ਜਾ ਰਹੀਆਂ ਸੀ। ਆ ਹੁਣ ਜਦੋਂ ਫਤਿਹ ਕਿੱਟਾਂ ਦਾ ਮਾਮਲਾ ਵੀ ਸਾਹਮਣੇ ਆ ਗਿਆ ਕਿ ਭਾਈ ਉਸ ਮਸਲੇ ਤੇ, ਕਿਉਂਕਿ ਦੋਸ਼ ਲਾਇਆ ਅਫੀਸ਼ੀਅਲ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਭਾਈ ਫਤਿਹ ਕਿੱਟਾਂ ਦੇ ਵਿੱਚ ਵੀ ਪ੍ਰਤੀ ਕਿੱਟ 501 ਰੁਪਈਏ ਦਾ ਘਪਲਾ ਹੈ, ਘੱਟ ਕੀਮਤ ਦੇ ਉੱਤੇ ਮਿਲਦੀਆਂ ਸੀ ਪਰ ਵੱਧ ਕੀਮਤ ਕਿਉਂ ਵਸੂਲੀ ਗਈ। ਹੁਣ ਸੰਧਾਲੀਆ ਸਾਹਿਬ ਜਦੋਂ ਬਾਰ-ਬਾਰ ਇੱਕ ਤੋਂ ਬਾਅਦ ਇੱਕ ਇਦਾਂ ਦੇ ਮਸਲੇ ਸਾਹਮਣੇ ਆਉਣ ਤੇ ਇਹਦਾ ਮਤਲਬ ਪਤਾ ਕੀ ਨਿਕਲਦਾ ਕਿ ਭਾਈ ਦੇਸ਼ ਸ਼ਾਇਦ ਉਹਨਾਂ ਹੱਥਾਂ 'ਚ ਆ ਗਿਆ, ਸੂਬੇ ਸ਼ਾਇਦ ਉਹਨਾਂ ਹੱਥਾਂ ਦੇ ਵਿੱਚ ਆ ਗਏ ਜਿਹੜੇ ਕਿ ਸ਼ਹੀਦਾਂ ਦੇ ਨਾਂ ਦੇ ਉੱਤੇ ਜਿਹੜੇ ਕਫਨ ਆ ਉਹਨਾਂ 'ਚੋਂ ਵੀ ਪੈਸੇ ਖਾਣੋਂ ਗੁਰੇਜ਼ ਨਹੀਂ ਕਰਦੇ। ਜਦੋਂ ਲੋਕ ਮਰ ਰਹੇ ਹੋਣ ਤੇ ਉਸ ਵੇਲੇ ਵੀ ਦੇਖਦੇ ਆ ਕਿ ਭਾਈ ਸਾਨੂੰ 4 ਛਿਲੜ ਅਗਲੀ ਇਲੈਕਸ਼ਨ ਦੇ ਲਈ ਜੁੜਦੇ ਕਿੱਥੋਂ ਆ। ਬਸ ਆਹੀ ਰੌਲਾ, ਇਸੇ ਕਰਕੇ ਤਾਂ ਉਹ ਸਟਾਰਟਿੰਗ 'ਚ ਵੀ ਇੱਕੋ ਬੰਦਾ, ਖੈਰ ਹੁਣ ਤਾਂ ਉਹਨੂੰ ਜ਼ਮਾਨਤ ਮਿਲ ਗਈ ਹੈ, ਜਦੋਂ ਲੋਕ ਸਿਲੰਡਰ ਨੂੰ ਰੋਂਦੇ ਫਿਰਦੇ ਸੀ ਤੇ ਉਹਦੇ ਰੈਸਟੋਰੈਂਟਾਂ ਦੇ ਵਿੱਚ ਸਿਲੰਡਰ ਵੀ ਸੀਗੇ।
ਪਰ ਇਹ ਸਾਰਾ ਕੁਝ WhatsApp ਇੱਕ ਗੱਲ ਤੇ ਪੱਕੀ ਹੈ ਵੀ ਯਾਰ ਇੱਕ ਬੰਦੇ ਦੀ ਖੇਡ ਤਾਂ ਹੈ ਨਹੀਂ। ਇਹਦਾ ਮਤਲਬ ਕੋਈ ਪਹਿਲਾਂ ਸਲਾਹ ਦਿੰਦਾ ਹੋਊ, ਫਿਰ ਇੱਕ ਅੱਧਾ ਕੋਈ ਵਿੱਚ ਪੈਂਦਾ ਹੋਊ, ਕਹਿੰਦਾ ਵੀ ਹਾਂਜੀ ਆਪਣੇ ਕਿੰਨੇ, ਉਹ ਕਹਿੰਦਾ 100 ਚੋਂ 10, ਨਾ ਇਦਾਂ ਕਿੱਦਾਂ 15 20 ਚਲੋ ਫਿਰ 25 ਦੇ ਨਿਬੇੜ ਦਈਏ ਜੀ। ਕੋਈ ਤਾਂ ਮਤਲਬ ਬੰਦੇ ਤੁਰਦੇ ਹੋਣਗੇ। ਤੇ ਫਿਰ ਜਦੋਂ ਅੰਦਰੋਂ ਇਹ ਆਵਾਜ਼ ਆਉਂਦੀ ਹੋ ਵੀ ਕੋਈ ਗੱਲ ਨਹੀਂ ਚੱਕ ਦਿਓ, ਕਿਹੜਾ ਕੋਈ ਵੇਂਦਾ, ਉਹ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਧਿਆਨ ਮੰਗਣ ਵਾਲੀ ਚੀਜ਼ ਹੈ ਵੀ ਇਹ ਸਾਰਾ ਕੁਝ ਕਰਨ ਦੀ ਹਿੰਮਤ ਕਿੱਥੋਂ ਆਉਂਦੀ ਹੈ ਉਹਨਾਂ ਲੋਕਾਂ ਦੇ ਵਿੱਚ। ਇਹਦਾ ਮਤਲਬ ਲੋਕ ਇੱਧਰ ਉੱਧਰ ਤੇ ਆਪਾਂ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਈਏ ਹੈ ਨਾ, ਵੀ ਫਲਾਨਾ ਐ ਕਿਉਂ ਕਰਦਾ, ਢੀਂਗੜੇ ਨੇ ਐ ਕਿਉਂ ਕੀਤਾ, ਪਰ ਜਿੱਥੇ ਲੋੜ ਹੈ ਕਰਨ ਦੀ ਉੱਥੇ ਆਪਾਂ ਕਰਦੇ ਨਹੀਂ। ਸੰਧਾਲੀਆ ਸਾਹਿਬ ਬਹੁਤ ਦੂਰ ਦੀ ਗੱਲ ਹੈ। ਆ ਫਤਿਹ ਕਿੱਟਾਂ ਦੇ ਵਿੱਚੋਂ ਕੋਈ ਚੀਜ਼ ਲੱਭਣੀ ਜਾਂ ਉਹ ਪਰਲੇ ਪਾਸਿਓਂ ਜਾ ਕੇ ਉਸ ਚੀਜ਼ ਦੇ ਵਿੱਚੋਂ ਕੁਝ ਲੱਭਣਾ ਕਿ ਭਾਈ ਉਹ ਵੈਂਟੀਲੇਟਰ ਕਿਹੜੇ ਕੇਅਰ ਫੰਡ ਚੋਂ ਆਏ, ਕਿਹਦੀ ਗਲਤੀ ਹੈ, ਉਹ ਬਹੁਤ ਦੂਰ ਆ। ਤੁਸੀਂ ਇਹ ਦੇਖੋ ਕਿ ਸਾਹਮਣੇ ਸਾਰਾ ਕੁਝ ਨਜ਼ਰ ਆਉਂਦਾ ਹੋਣ ਦੇ ਬਾਵਜੂਦ ਵੀ ਮੰਨਦੇ ਨਹੀਂ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ 84% ਵਾਅਦੇ ਪੂਰੇ ਕਰਤੇ, 16 ਹੀ ਰਹਿ ਗਏ, ਉਹ ਵੀ ਬੜੀ ਛੇਤੀ ਅਸੀਂ ਪੂਰੇ ਕਰ ਦੇਣੇ ਆ। ਬਹੁਤ ਕਮਾਲ ਦੀ ਗੱਲ ਹੈ। ਜੇ ਕਿਤੇ ਸਾਡੇ ਸੂਬੇ ਦੇ ਵਿੱਚ ਇਦਾਂ ਹੋਣ ਲੱਗ ਪਿਆ ਤਾਂ ਬਹੁਤ ਸੋਹਣਾ। ਅਸੀਂ ਕੌਣ ਹੁੰਨੇ ਆ ਜੱਜਮੈਂਟ ਕਰਨ ਵਾਲੇ। ਪਰ ਮੈਂ ਸਿਰਫ ਇੱਕੋ ਗੱਲ ਸੋਚਦਾ ਸੀ, ਬਲਵੀਰ ਸਿੰਘ ਸੀਚੇਵਾਲ ਹੋਰੀ ਉਹ ਵਾਤਾਵਰਣ ਦੇ ਮੁੱਦੇ ਦੇ ਉੱਤੇ ਕੰਮ ਕਰਦੇ ਆ ਨਾ, ਨਕਸ਼ੇ ਬਣਾ ਕੇ ਦੇ ਕੇ ਆਏ, ਨਕਸ਼ੇ ਬਣਾ ਕੇ ਕਿ ਭਾਈ ਆਹ ਬੁੱਢਾ ਨਾਲਾ ਹੈ, ਇਹਦੇ ਵਿੱਚ ਆ ਇੰਨੀਆਂ ਫੈਕਟਰੀਆਂ ਇਹਦੇ ਕੰਢੇ ਤੇ ਨੇ, ਇੰਨੀਆਂ ਇਹਦੇ ਵਿੱਚ ਡਾਈਂਗ ਇੰਡਸਟਰੀ ਦੀਆਂ ਯੂਨਿਟਸ ਲੱਗੀਆਂ ਹੋਈਆਂ ਇਹਦੇ ਕੰਢੇ ਤੇ ਨੇ, ਇੱਥੋਂ ਇਸ ਰਸਤੇ ਜਾਓਗੇ ਤਾਂ ਇੰਨੇ ਫੁੱਟ ਤੇ ਜਾ ਕੇ ਸੱਜੇ ਪਾਸੇ ਨੂੰ ਦੇਖਿਓ ਉੱਥੇ ਇੱਕ ਮੋਗਾ, ਉਹਦੇ ਵਿੱਚ ਪਾਈਪ ਆ, ਪਾਈਪ ਦੇ ਵਿੱਚ ਦੀ ਬਿਨਾਂ ਟਰੀਟ ਕੀਤਾ ਪਾਣੀ ਉਸ ਬੁੱਢੇ ਨਾਲੇ 'ਚ ਡਿੱਗਦਾ, ਉੱਥੋਂ ਗਾ ਸਤਲੁਜ 'ਚ ਡਿੱਗਦਾ, ਉੱਥੋਂ ਗਾ ਸਰਹੰਦ ਫੀਡਰ 'ਚ ਜਾਂਦਾ ਹੈ, ਉਹਦੇ ਤੋਂ ਅੱਗੇ ਰਾਜਸਥਾਨ ਤੱਕ ਜਾਂਦਾ ਹੈ ਤੇ ਪੰਜਾਬ ਦੇ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਲੋਕ ਉਸੇ ਸਰਹੰਦ ਫੀਡਰ ਦਾ ਪਾਣੀ ਪੀਂਦੇ ਆ ਤੇ ਜਿਹਦੇ ਕਰਕੇ ਕੈਂਸਰ ਤੇ ਚਮੜੀ ਦੇ ਕਈ ਹੋਰ ਰੋਗ ਉਹਨਾਂ ਨੂੰ ਹੁੰਦੇ ਆ। ਜੇ ਸਾਡੀਆਂ ਐਨ ਸੁਜਾਖੀਆਂ ਸਰਕਾਰਾਂ ਨੂੰ ਇਹ ਨਹੀਂ ਦੀਦਾ, ਬੁੱਢਾ ਨਾਲਾ ਛੋਟਾ ਹੀ ਹੈ, ਬਹੁਤ ਲੰਬਾ ਚੌੜਾ ਨਹੀਂ ਕਿ 5 ਮੁਲਕਾਂ ਦੇ ਵਿੱਚ ਦੀ ਹੋ ਕੇ ਨਿਕਲਦਾ ਕਿ ਸਾਨੂੰ ਪਤਾ ਨਹੀਂ ਲੱਗਦਾ। ਇਹ ਵੀ ਪਤਾ ਕਿ ਇੰਡਸਟਰੀ ਕਿੱਥੇ ਕਿੱਥੇ ਲੱਗੀ ਹੈ। ਕੋਈ ਇਦਾਂ ਨਹੀਂ ਹੈ ਕਿ ਕੌਲੀ 'ਚ ਪਾਣੀ ਲਿਆ ਕੇ ਰਾਤ ਨੂੰ ਹੌਲੀ ਦੇ ਨਹੀਂ ਐ ਡੋਲ ਦਿੰਦਾ ਕਿ ਭਾਈ ਇਹਦੇ ਵਿੱਚ ਕੈਮੀਕਲ ਆ। ਸ਼ਰੇਆਮ ਸਾਰਾ ਕੁਛ ਹੈ, ਐਨ ਕਲੀਅਰ ਕੱਟ ਆ। ਇਹਦੇ ਬਾਵਜੂਦ ਵੀ ਜੇ ਅਜੇ ਤੱਕ ਕਾਰਵਾਈ ਨਹੀਂ ਹੋ ਸਕੀ ਤਾਂ ਸੰਧਾਲੀਆ ਸਾਹਿਬ ਇਹਦੇ ਤੋਂ ਸਾਫ਼ ਪਤਾ ਲੱਗਦਾ ਹੈ। ਫਰੀਦਕੋਟ ਦੀ ਸ਼ੂਗਰ ਮਿਲ ਦਾ ਮਸਲਾ ਹੁਣੇ ਹੀ ਆਇਆ ਸੀ, ਸਾਡੀਆਂ ਸਰਕਾਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਪਹਿਲਾਂ ਉੱਥੋਂ ਮਿਲ ਚੁਕਾਤੀ ਜਿਹੜੀ ਕਿ ਪਲੱਸ 'ਚ ਚੱਲਦੀ ਸੀ, ਬਿਜਲੀ ਵੀ ਬਣਾਉਂਦੀ ਸੀ, ਮੁਨਾਫਾ ਵੀ ਕਮਾਉਂਦੀ ਸੀ। ਉਹਦੇ ਤੋਂ ਬਾਅਦ ਉਹਦੇ ਵਿੱਚ ਜਿਹੜੇ ਜੰਗਲ ਰੁੱਖ ਲੱਗੇ ਸੀ ਉਹ ਵੱਢ ਦਿੱਤੇ ਤਾਂ ਕਹਿੰਦੇ 2000 ਤਾਂ ਰੁੱਖ ਸੀ ਸਾਰਾ। ਲੋਕਾਂ ਨੇ ਕਿਹਾ ਇੱਥੇ ਹੀ ਰੋਕ ਦੋ, ਜਿੰਨੇ ਵੱਢਤੇ ਬਾਕੀ ਗਣ ਲਓ, 2000 ਤੋਂ ਬਾਅਦ ਤਾਂ ਇਹੀ ਹੋਣੇ। ਤੇ ਜਦੋਂ ਗਿਣਤੀ ਹੋਣ ਲੱਗੀ ਸੀ 400 ਗਿਣਿਆ ਜੀ, ਬਾਕੀ ਕੱਲ੍ਹ ਨੂੰ ਤਾਂ ਰਾਤ ਨੂੰ ਅੱਗ ਲਾਤੀ। ਕਿਹਨੇ ਲਾਈ ਸਾਨੂੰ ਨਹੀਂ ਪਤਾ। ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੀਆਂ ਵਿਰੋਧੀ ਧਿਰਾਂ ਚੁੱਪ ਕਰਕੇ ਘੁੱਗੂ ਬਣ ਕੇ ਬੈਠੀਆਂ। ਠੀਕ ਹੈ, ਇੱਕ ਦੋ ਲੀਡਰ ਉੱਥੋਂ ਦੇ ਸਥਾਨਕ ਲੱਗੇ ਹੋ ਆ, ਆਪਾਂ ਐਪਰੀਸ਼ੀਏਟ ਕਰਦੇ ਉਹਨਾਂ ਨੂੰ। ਪਰ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਜਦੋਂ ਅਰਜ਼ੀ ਗਈ ਨਾ, ਉਹ ਕਹਿੰਦੇ ਕਾਰਵਾਈ ਕਰੋ, ਰੁੱਖ ਕਿਹਦਾ ਵੱਢ ਦਿੱਤੇ, ਆਗਿਆ ਹੀ ਕੋਈ ਨਹੀਂ। ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲੇ ਕੰਮ ਕਰ ਸਕਦੇ ਆ ਤਾਂ ਸਾਡੇ ਲੀਡਰ ਤਾਂ ਸਜਾਖੇ ਹੋਣਾ ਹੀ ਆ ਮੇਰੇ ਖਿਆਲ ਮਾੜਾ ਮੋਟਾ। ਨਹੀਂ ਠੀਕ ਹੈ ਗੱਲ, ਪਰ ਬਾਟ ਸਾਹਿਬ ਦੇਖੋ ਅੱਜ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਅੰਦਰ ਲੀਡਰ ਨਾ ਆਵੇ, ਪਰ ਮੈਂ ਕਰਾਂਗੀ ਯਾਰ। ਪਤਾ ਜਿੱਦਾਂ ਦਾ ਮੈਨੂੰ ਖਾਰਸ਼ ਜੀ ਹੁੰਦੀ ਨਾ, ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਤੁਹਾਨੂੰ ਯਾਦ ਹੋਣਾ, ਜੇ ਮੈਂ ਗਲਤ ਨਹੀਂ ਤੇ ਜਦੋਂ ਮੱਛੀਆਂ ਮਰੀਆਂ ਸੀ ਦਰਿਆਵਾਂ 'ਚ ਉਦੋਂ ਕਿੰਨੇ ਕਰੋੜ ਦਾ ਜੁਰਮਾਨਾ ਪੰਜਾਬ ਸਰਕਾਰ ਨੂੰ ਲਾਇਆ? ਥੋੜ੍ਹੀ ਸੀ। ਉਹਦੇ 'ਚੋਂ ਕਦੀ ਆਪਾਂ ਕੋਈ ਸੁਣਿਆ ਹੋਵੇ ਵੀ ਸਰਕਾਰ ਨੇ ਦੇਤਾ ਹੋਵੇ ਜਾਂ ਉਹਦੇ ਤੋਂ ਬਾਅਦ ਵਾਕਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਕੋਈ ਗੱਲ ਮੰਨੀ ਹੋਵੇ? ਮੈਂ ਨਹੀਂ ਸੁਣੀ, ਕਿਸੇ ਹੋਰ ਨੇ ਸੁਣੀ ਤਾਂ ਜ਼ਰੂਰ ਕੋਈ ਟਿੱਪਣੀ ਕਰ ਦੇਵੇ। ਹੁਣ ਜੇ ਉਦੋਂ ਜੁਰਮਾਨੇ ਲੱਗਣ ਤੋਂ, ਬਦਨਾਮੀ ਹੋਣ ਤੋਂ, ਬਦਖੋਈਆਂ ਹੋਣ ਤੋਂ ਬਾਅਦ ਵੀ ਅੱਜ ਆ ਸਾਰਾ ਕੁਛ ਐਜ਼ ਇਟ ਇਜ਼ ਚੱਲੀ ਜਾਂਦਾ, ਤੇ ਫਿਰ ਆਪਾਂ ਇਹ ਆਸ ਕਰੀਏ ਵੀ ਇਹ ਚਾਹੇ ਫਰੀਦਕੋਟ ਦੀ ਮਿਲ ਦਾ ਮਾਮਲਾ, ਚਾਹੇ ਬੁੱਢੇ ਨਾਲੇ ਵਾਲਾ ਮਾਮਲਾ, ਚਾਹੇ ਹੁਣ ਉਹ ਮਾਲਵੇ ਦੇ ਲੋਕ ਜਿਹੜੇ ਨੇ ਉਹ ਉੱਠ ਖੜੇ ਹੋਏ ਆ ਵੀ ਸਾਨੂੰ ਕਿਉਂ ਮਾਰਨ ਡਏ ਹੋ, ਸਾਨੂੰ ਕਿਉਂ ਕੈਂਸਰ ਰੋਜ਼ ਸਾਡੇ ਅੰਦਰ ਸੁੱਟੀ ਜਾਂਦੇ ਹੋ। ਜਾਂ ਈਵਨ ਉਹ ਮਾਝੇ ਵਿੱਚ ਵੀ ਰੌਲਾ ਹੈਗਾ ਵੀ ਉਧਰਲੇ ਪਾਸੇ ਵੀ ਲੋਕ ਕਹਿੰਦੇ ਵੀ ਸਾਡੇ ਘਰਾਂ 'ਚ ਸੁਆਹ ਉੱਡਦੀ, ਮਹਾਰਾਜ ਅੱਖਾਂ ਸਾਡੀਆਂ ਕਾਣੀਆਂ ਹੋਣ ਡੀਆਂ, ਅਸੀਂ ਅੰਨੇ ਹੋਣ ਡਿਆ, ਨਿਆਣਿਆਂ ਸਾਡਾ ਦਾ ਮੰਦਾ ਹਾਲ ਆ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਘੇਸ ਲਿਆ ਤੇ ਫਿਰ ਕਿਤੇ ਨਾ ਕਿਤੇ ਤੇ ਕੋਈ ਨਾ ਕੋਈ ਘੁੰਡੀ ਹੈਗੀ ਆ ਵੀ ਭਾਈ ਸਾਹਿਬ ਜਿਹੜਾ ਸਮਾਨ ਡਿੱਗਦਾ ਹੋਵੇ ਜੇਬ 'ਚ ਉਹ ਥੋੜ੍ਹਾ ਜਿਹਾ ਜ਼ਿਆਦਾ ਭਾਰਾ ਹੋਵੇ ਤੇ ਜਿਹੜਾ ਮੁੱਦਾ ਹੋਵੇ ਉਹ ਹਲਕਾ ਲੱਗੇ। ਇਹ ਗੱਲ ਤਾਂ ਤੁਹਾਡੀ ਠੀਕ ਹੈ। ਮੈਂ ਤਾਂ ਸੰਧਾਲੀਆ ਸਾਹਿਬ ਇੱਥੋਂ ਤੱਕ ਵੀ ਸੋਚਦਾ ਸੀ ਕਿ ਆ ਸਾਡੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਲੀਡਰ ਦਿੱਲੀ ਗਏ ਸੀ, ਬੜੀ ਉਹਦੀ ਚਰਚਾ ਕਿ ਖੜਗੇ ਕਮੇਟੀ ਜਿਨ੍ਹਾਂ ਦੇ ਸਾਹਮਣੇ ਸਾਰੇ ਬੰਦੇ ਪੇਸ਼ ਹੋਏ, MLA, ਮੰਤਰੀ, ਮੁੱਖ ਮੰਤਰੀ, ਪ੍ਰਧਾਨ, ਸਾਬਕਾ ਪ੍ਰਧਾਨ, MP ਸਾਹਿਬ, ਬਹੁਤ ਬੰਦੇ ਦੋ ਵਾਰੀ ਵੀ ਜਾ ਕੇ ਮਿਲੇ, ਆਪਣੀਆਂ ਗੱਲਾਂ, ਕੋਈ ਹੱਕ 'ਚ, ਕੋਈ ਵਿਰੋਧ 'ਚ। ਕੋਈ ਕਹਿੰਦਾ ਜੀ ਬਹੁਤ ਸਾਰੇ ਮੰਤਰੀ ਖਿਲਾਫ ਭੁਗਤੇ, ਕੋਈ ਕਹਿੰਦਾ ਜੀ ਬਹੁਤ ਸਾਰੇ MLA ਕੈਪਟਨ ਸਾਹਿਬ ਦੇ ਖਿਲਾਫ ਭੁਗਤੇ, ਫਿਰ ਕਹਿੰਦਾ ਜੀ ਇੱਕ ਪੂਰੀ ਪੇਟੀ ਦੇ ਵਿੱਚ ਕੈਪਟਨ ਸਾਹਿਬ ਫਾਈਲਾਂ ਰੱਖ ਕੇ ਲੈ ਕੇ ਗਏ ਕਿ ਆਹ MLA ਸਾਡਾ ਆਹ ਕਰਦਾ, ਆਹ ਕਰ। ਉਹਦੇ ਵਿੱਚੋਂ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਬਾਅਦ 'ਚ ਪਤਾ ਲੱਗੂ। ਹੁਣ ਸਾਰੇ ਬੰਦੇ ਉਡੀਕ ਰਹੇ, ਆਪਾਂ ਵੀ ਉਡੀਕ ਰਹੇ ਹਾਂ ਕਿ ਉਪ ਮੁੱਖ ਮੰਤਰੀ ਕੌਣ ਬਣੂ, ਕੀ ਕਾਂਗਰਸ ਪਾਰਟੀ ਦਾ ਪ੍ਰਧਾਨ ਜਾਖੜ ਰਹਿ ਜੂ, ਕੀ
ਮੁੱਖ ਮੰਤਰੀ ਸਾਹਿਬ ਦੀ ਕੁਰਸੀ ਬਚ ਜੂ? ਕੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਕਮੇਟੀ ਦੇ ਵਿੱਚ ਜਗ੍ਹਾ ਮਿਲੂ, ਜਾਂ ਡਿਪਟੀ ਸੀਐਮ ਮਿਲੂ, ਜਾਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਮਿਲੂ? ਚਰਚਾ ਇਹੀ ਹੈ। ਮੰਤਰੀ ਮੰਡਲ ਦੇ ਵਿੱਚ ਫੇਰਬਦਲ ਹੋ ਜੂ, ਜਾਂ ਕੀ ਦਲਿਤ ਭਾਈਚਾਰੇ ਦੇ ਵਿੱਚੋਂ, ਸਾਡੇ ਐਸਸੀ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਡਿਪਟੀ ਸੀਐਮ ਦਾ ਅਹੁਦਾ ਨਾਲ ਮਿਲ ਜੂ? ਕਿਉਂਕਿ ਵੋਟ ਬੈਂਕ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਨਾ। ਮੈਨੂੰ ਹੋਰ ਲੱਗਦਾ ਸ਼ਮਸ਼ੇਰ ਸਿੰਘ ਦੂਲੋ ਮਾੜੇ ਲੀਡਰ ਨੇ, ਚੰਗੇ ਲੀਡਰ ਨੇ, ਵੱਡੇ ਲੀਡਰ ਨੇ, ਵਕਤ ਪਹਿਲਾਂ ਜਿੰਨੀ ਹੈ ਨਹੀਂ ਹੈਗੀ, ਉਹ ਬਾਅਦ ਦੀਆਂ ਗੱਲਾਂ। ਉਹਨਾਂ ਨੇ ਕਈ ਵਾਰੀ ਪ੍ਰੈਸ ਕਾਨਫਰੰਸ ਕਰ ਕਰਕੇ ਕਿਹਾ ਸੀ ਜੀ ਇੱਥੇ ਆਹ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਸਾਡੇ ਫਲਾਣੇ ਲੀਡਰ ਦੀਆਂ, ਜਾਂ ਸਾਡੀ ਪਾਰਟੀ ਦੇ 2 ਵਿਧਾਇਕਾਂ ਦਾ ਹੱਥ ਹੈ, ਇਦਾਂ ਕਹਿੰਦੇ ਹੁੰਦੇ ਨੇ ਉਹ। ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਕੋਲ ਬੜੇ ਵਕੀਲ ਨੇ, ਜੇ ਤਾਂ ਚੱਜਦੇ ਹੀ ਆਪਾਂ ਦੁੱਧ ਧੋਤੇ ਹੀ ਆ, ਜਾਂ ਤਾਂ ਬੰਦੇ ਫੜ ਲਓ ਜਿਨ੍ਹਾਂ ਦੇ ਫੈਕਟਰੀਆਂ ਦੇ ਵਿੱਚ ਹਿੱਸੇ ਆ, ਜਿਨ੍ਹਾਂ ਦੇ ਕਰਕੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ, ਤੇ ਜਾਂ ਫਿਰ ਸੰਧਾਲੀਆ ਸਾਹਿਬ ਸ਼ਮਸ਼ੇਰ ਸਿੰਘ ਦੂਲੋ ਦੇ ਉੱਤੇ ਕੇਸ ਕਰ ਦਿਓ ਕਿ ਭਾਈ ਇਹ ਬੰਦਾ ਝੂਠ ਬੋਲਦਾ ਹੈ, ਇਹ ਬੰਦਾ ਗਲਤ ਬੋਲਦਾ ਹੈ। ਇੱਧਰ ਮਾਝੇ 'ਚ 100 ਤੋਂ ਵੱਧ ਬੰਦਿਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਸੀ, ਨਾ ਬੋਲਦੇ ਸੀ ਨਾ ਵੱਡੇ ਬੰਦਿਆਂ ਦੇ, ਕਾਰਵਾਈ ਤਾਂ ਨਹੀਂ ਹੋਈ ਕਿਸੇ ਪਾਸਿਓਂ ਵੀ, ਕਿਸੇ ਵੀ ਤਰ੍ਹਾਂ। ਮੈਂ ਤਾਂ ਹੁਣ ਵੀ ਕਹਿਣਾ ਕਿ ਸਾਡੇ ਵੱਲੋਂ 3 ਮੁੱਖ ਮੰਤਰੀ ਲਾ ਦਿਓ, 10 ਮੁੱਖ ਮੰਤਰੀ ਲਾ ਦਿਓ, ਸਾਰੇ ਵਿਧਾਇਕਾਂ ਨੂੰ ਉਪ ਮੁੱਖ ਮੰਤਰੀ ਬਣਾ ਦਿਓ ਜੇ ਕਾਨੂੰਨ ਬਣਾਉਣ ਦਿੰਦਾ ਤਾਂ। ਪਰ ਘੱਟੋ ਘੱਟ ਜੇ ਇੱਕ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਨੇ, ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਇਹ ਆਖਿਆ ਨਾ ਕਿ ਸਾਡੇ ਬੰਦੇ ਵੀ ਆਹ ਦੇਖੋ 2 ਨੰਬਰ ਦਾ ਕੰਮ ਕਰਦੇ ਆ, ਉਹ ਲਿਸਟ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਰੀ ਕਰੋ। ਲਿਸਟਾਂ ਉੱਥੇ ਜੋ ਲਿਜਾਨੇ ਹੋ ਕੱਛ 'ਚ ਦੇ ਕੇ ਭਾਈ ਆਹ ਦੇਖੋ, ਮੈਂ ਖਰੇ ਕਿਹੜੀ ਗੱਲੋਂ ਚੁੱਪ ਕਾਹਤੋਂ ਰਹਿਣਾ? ਪੰਜਾਬ ਤਾਂ ਲੂਸਦਾ ਜਾਂਦਾ, ਪੰਜਾਬ ਤਾਂ ਬਲਦਾ ਜਾਂਦਾ, ਪੰਜਾਬ ਦੇ ਪੱਲੇ ਧੇਲਾ ਨਹੀਂ। ਆ ਜਿੰਨੇ ਲੀਡਰ ਹੁਣ ਵੱਖ-ਵੱਖ ਪਾਰਟੀਆਂ ਦੇ, ਕੋਈ ਟਿਕਟਾਂ ਲੈਣ ਜਾਂਦਾ, ਕੋਈ ਆਪਣੀ ਕੁਰਸੀ ਬਚਾਉਣ ਜਾਂਦਾ, ਸਾਰੀਆਂ ਪਾਰਟੀਆਂ ਦੇ, ਕੋਈ ਗੱਠਜੋੜ ਕਰਨ ਦੇ ਲਈ ਜਾਂਦਾ। ਇੰਨੇ ਲੀਡਰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਇਹਨਾਂ ਨੇ ਮਗਰ ਟਰਾਲੀਆਂ ਨਹੀਂ ਤੋਰੀਆਂ, ਇਹਨਾਂ ਨੇ ਮਗਰ ਰਾਸ਼ਨ ਨਹੀਂ ਤੋਰਿਆ। ਜੇ ਆਹੀ ਕੰਮ ਪੰਜਾਬ ਦੇ ਮਸਲਿਆਂ ਦੇ ਲਈ ਇੰਨੀ ਸੁਹਿਰਤਾ ਦੇ ਨਾਲ ਦਿੱਲੀ ਜਾਂਦੇ ਹੁੰਦੇ ਤਾਂ ਅੱਜ ਇੰਨਾ ਮੱਕੂ ਠਾਪੀ ਨਹੀਂ ਸੀ ਹੋਣਾ ਸਾਡਾ। ਦੇਖੋ ਗੱਲ ਇਹ ਆ ਵਾਰ ਸਾਹਿਬ ਵੀ ਤੁਸੀਂ ਐਵੇਂ ਨਾ ਫਿਰ ਉਹੀ ਗੱਲਾਂ ਭੋਲੀਆਂ ਕਰਨ ਲੱਗ ਪੈਂਦੇ ਵੀ ਆਮ ਲੋਕਾਂ ਦਾ ਫਿਕਰ ਕਰੀਏ। ਆਮ ਲੋਕਾਂ ਦਾ ਫਿਕਰ ਕਰਨ ਦਾ ਨਹੀਂ ਫਾਇਦਾ। ਆਮ ਲੋਕੀ ਕਿਵੇਂ ਘੁੰਮ ਕੇ ਸਾਡੇ ਕੋਲੇ ਆਉਂਦੇ ਨੇ ਉਸ ਚੀਜ਼ ਦਾ ਫਿਕਰ ਕਰਨ ਦੀ ਲੋੜ ਹੈ। ਹੁਣ ਦੇਖੋ ਬਾਬਾ ਜੀ ਹੈ ਸਿਰਸੇ ਵਾਲੇ, ਹੁਣ ਲੋਕਾਂ ਨੇ ਇਤਰਾਜ਼ ਕਰਨਾ ਵੀ ਉਹਨੂੰ ਬਾਬਾ ਕਿਉਂ ਕਹਿੰਦੇ? ਦੇਖੋ ਭਾਈ ਸਾਹਿਬ ਲੋਕ ਉਹਨੂੰ ਕਹਿੰਦੇ ਵੀ ਅਸੀਂ ਕਹੀ ਜਾਂਦੇ ਹਾਂ, ਜਾਂ ਲੋਕਾਂ ਹੀ ਬਣਾਇਆ ਬਾਬਾ ਨੂੰ। ਉਹਨੂੰ ਕਹਿੰਦੇ ਵੀ ਪਹਿਲਾਂ ਤਾਂ ਵੱਡੇ ਵਾਲੇ ਹਸਪਤਾਲ ਲੈ ਕੇ ਗਿਆ, ਉਹ ਕਹਿੰਦੇ ਨੋ ਇੱਥੇ ਪਤਾ ਲੱਗ ਜਾਣਾ ਵੀ ਕਰੋਨਾ ਹੈ ਨਹੀਂ, ਕਿਤੇ ਹੋਰ ਥਾਂ ਟੈਸਟ ਕਰਾ ਲਓ। ਹੋਰ ਥਾਂ ਟੈਸਟ ਕਰਾ, ਕਹਿੰਦੇ ਓਹੋ ਬਾਬਾ ਜੀ ਤਾਂ ਕਰੋਨਾ ਹੋ ਗਿਆ। ਵੱਡੇ ਵਾਲੇ ਹਸਪਤਾਲ ਦੇ ਵਿੱਚ ਜਮ੍ਹਾਂ ਵੀ ਕਰਾਤਾ। ਹੁਣ ਇੱਕ ਪਾਸੇ ਖਬਰ ਇਹ ਆਉਂਦੀ ਹੈ ਵੀ ਭਾਈ ਸਾਹਿਬ ਰਿਪੋਰਟ ਉਹਦੀ ਬਾਬੇ ਦੀ ਨੈਗੇਟਿਵ ਹੈ। ਹੁਣ ਰਿਪੋਰਟ ਮਗਰੋਂ ਆਉਂਦੀ ਹੈ, ਨਾਲ ਦੀ ਨਾਲ ਹੀ ਜਿਹੜੀ ਬੜੀ ਦੇਰ ਤੋਂ ਚਿੱਠੀਆਂ ਪਾ ਕੇ ਡਿਮਾਂਡਾਂ ਕਰ ਕਰਕੇ ਬਾਬਿਆਂ ਨੇ ਕਿਹਾ ਮੈਨੂੰ ਇੱਕ ਹਨੀਪ੍ਰੀਤ ਨੂੰ ਮਿਲਾ ਦਿਓ, ਮੈਨੂੰ ਇੱਕ ਹਨੀਪ੍ਰੀਤ ਨੂੰ ਮਿਲਾ ਦਿਓ। ਉਹਨਾਂ ਨੂੰ ਕਹਿੰਦੇ ਵੀ ਸੇਵਾ ਦੇ ਵਿੱਚ ਹਾਜ਼ਰ ਵੀ ਕਰ ਦਿੱਤਾ ਉੱਥੇ, ਤੇ 15 ਜੂਨ ਤੱਕ ਕਲੀਅਰ ਵੀ ਹੋ ਗਿਆ ਵੀ ਬਾਬਾ ਜੀ ਨੂੰ ਉੱਥੇ ਜਾ ਕੇ ਇਲਾਜ ਕਰਾਉਣਾ ਪੈਣਾ। ਹੁਣ ਪਤਾ ਨਹੀਂ ਕਿਹੜੀ ਚੀਜ਼ ਦਾ, ਕਿਉਂਕਿ ਕਰੋਨਾ ਜਿਹੜਾ ਉਹ ਤਾਂ ਕਹਿੰਦੇ ਨੈਗੇਟਿਵ ਹੈ। ਹੁਣ ਇਹ ਦੇਖੋ ਵੀ ਇਹ ਹੈ ਉਹ ਚੀਜ਼ ਜਿਹੜੀ ਕਰਨ ਦੀ ਲੋੜ ਹੈ। ਅਗਲੇ ਨੇ ਕੀਤੀ, ਤੁਸੀਂ ਕਹਿੰਦੇ ਵੀ ਲੋਕਾਂ ਦਾ ਖਿਆਲ ਰੱਖ ਲਓ। ਹੁਣ ਦੇਖੋ ਉੱਧਰੋਂ ਕੰਮ ਸੈੱਟ ਹੋ ਗਿਆ, ਬਾਬਾ ਜੀ ਨੇ ਜਦੋਂ ਉੱਧਰੋਂ ਆਸ਼ੀਰਵਾਦ ਦਿੱਤਾ ਵੀ ਕੋਈ ਗੱਲ ਨਹੀਂ ਮੈਂ ਵੀ ਸੈੱਟ ਹਾਂ, ਨਾਲ ਆਪਣੇ ਸ਼ਰਧਾਲੂ ਵੀ ਸੈੱਟ ਨੇ ਤੇ ਵੋਟਾਂ ਵੀ ਸੈੱਟ ਨੇ। ਉਹ ਕੰਮ ਕਰਨ ਦਾ ਫਾਇਦਾ ਕਿ ਇੱਧਰ ਗਲੀ ਜਾ ਕੇ ਆਖਣ ਵੀ ਹਾਂ ਤੈਨੂੰ ਕੋਈ ਦੁੱਖ ਤੇ ਨਹੀਂ, ਅਸੀਂ ਦੂਰ ਕਰ ਦਈਏ। ਸੰਧਾਲੀਆ ਸਾਹਿਬ, ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਕਈ ਲੋਕ ਇੱਦਾਂ ਦੇ ਵੀ ਹੈ ਜਿਨ੍ਹਾਂ ਨੂੰ ਸਜ਼ਾ ਦੀ ਮਾਫੀ ਮਿਲ ਜਾਂਦੀ ਹੈ, ਵਕਤ ਤੋਂ ਪਹਿਲਾਂ ਰਿਹਾਈ ਦਾ ਮਸਲਾ ਹੋ ਜਾਂਦਾ, ਜਾਂ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਭਾਈ ਇਹਨੇ ਕੈਦ ਪੂਰੀ ਕੱਟ ਲਈ ਹੈ, ਕਾਗਜ਼ ਨਹੀਂ ਵੇਲੇ ਸਿਰ ਉਹਨਾਂ ਦੇ ਬਣਦੇ। ਕਈ ਦਿਨ, ਹਫ਼ਤੇ, ਮਹੀਨੇ, ਕਈ ਵਾਰੀ ਸਾਲਾਂ ਬੱਧੀ ਵੀ ਉਹਨਾਂ ਨੂੰ ਅੰਦਰ ਰਹਿਣਾ ਪੈਂਦਾ। ਕਈ ਵਾਰੀ ਬੰਦਿਆਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ, ਜ਼ਮਾਨਤ ਭਰਨ ਵਾਲਾ ਕੋਈ ਨਹੀਂ ਹੁੰਦਾ। ਕਈ ਬੰਦਿਆਂ ਨੂੰ ਪਰੋਲ ਹੀ ਨਹੀਂ ਮਿਲਦੀ, ਬਹੁਤ ਲੰਬਾ ਸਮਾਂ, ਵੱਖ-ਵੱਖ ਤਰ੍ਹਾਂ ਦੇ ਸੰਜੀਦਾ ਕੇਸ ਹੈਗੇ ਆ। ਪਰ ਰਾਮ ਰਹੀਮ ਤਾਂ ਪਿਛਲੇ 26-27 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਰਿਕਾਰਡ ਹੀ ਬਣਾ ਚੱਲਾ। ਮੇਰੇ ਮਨ ਦੇ ਵਿੱਚ 2 ਚੀਜ਼ਾਂ ਆਉਂਦੀਆਂ ਸੀ ਸੰਧਾਲੀਆ ਸਾਹਿਬ, ਜਦੋਂ ਪਰਜ ਗਰੁੱਪ ਵਾਲਾ ਨਿਰਮਲ ਸਿੰਘ ਭੰਗੂ ਜਿਹੜਾ ਉਹ ਕਾਬੂ ਕੀਤਾ, ਜੇਲ੍ਹ ਦੇ ਵਿੱਚ ਭੇਜਿਆ, ਉਹਦੇ ਤੋਂ ਬਾਅਦ ਇੱਕ ਇਦਾਂ ਦਾ ਸਮਾਂ ਆਇਆ ਸੀ ਜਦੋਂ ਪੱਤਰਕਾਰਾਂ ਨੇ ਗਿਣਤੀ ਕੱਢ ਕੇ ਦੱਸੀ ਦਿਨਾਂ ਦੀ ਕਿ ਭਾਈ ਜਦੋਂ ਦਾ ਇਹ ਕਾਗਜ਼ਾਂ ਦੇ ਵਿੱਚ ਜੇਲ੍ਹ 'ਚ ਹੈ, ਉਹਦੇ ਵਿੱਚੋਂ ਅੱਧਿਓਂ ਵੱਧ ਦਿਨ ਇਹ ਹਸਪਤਾਲ 'ਚ ਰਿਹਾ। ਤੇ ਹਸਪਤਾਲ ਵੀ ਸਰਕਾਰੀ ਨਹੀਂ, ਚੰਡੀਗੜ੍ਹ ਮੋਹਾਲੀ ਦਾ ਇੱਕ ਬਹੁਤ, ਜਿਹਦੇ ਵਿੱਚ ਲਗਜ਼ਰੀ ਫੈਸਿਲਿਟੀਜ਼ ਹੈਗੀਆਂ, ਐਸ਼ੋ ਇਸ਼ਰਤ ਪੂਰੀ ਹੈ, ਉਸ ਹਸਪਤਾਲ ਦੇ ਕਮਰੇ 'ਚ ਰਹਿੰਦਾ ਤੇ ਉੱਥੋਂ ਦਾ ਘਰ ਵੀ ਨੇੜੇ ਹੀ ਹੈ। ਮੈਂ ਨਹੀਂ ਕਹਿੰਦਾ ਕਿ ਉੱਥੋਂ ਬਤਾਊਆਂ ਦਾ ਭੜਥਾ ਬਣ ਕੇ ਆਉਂਦਾ, ਪਰ ਮਸਲਾ ਤੇ ਇਹ ਹੈ ਨਾ ਕਿ ਜੇ ਕਿਸੇ ਦੇ ਕੋਲੇ 4 ਪੈਸੇ ਆ, ਉਹ ਬੰਦਾ ਜੁਗਾੜ ਲਾ ਕੇ ਉੱਥੇ ਆ ਸਕਦਾ। ਹੁਣ ਦੂਸਰੇ ਪਾਸੇ ਗੁਰਮੀਤ ਰਾਮ ਰਹੀਮ ਹੈ, ਠੀਕ ਹੈ, ਪੁੱਛਣ ਦੇ ਵਿੱਚ ਤਾਂ ਇਹ ਵੀ ਆਇਆ, ਪੁੱਛਿਆ ਗਿਆ, ਦੱਸਿਆ ਗਿਆ ਕਿ ਭਾਈ ਰੋਹਤਕ ਦੀ ਜਿਹੜੀ ਪੀਜੀਆਈ ਹੈ, ਜਿੱਥੇ ਮੰਨਿਆ ਜਾਂਦਾ ਕਿ ਸਿਰੇ ਦਾ ਇਲਾਜ ਹੈ, ਜਿੱਦਾਂ ਚੰਡੀਗੜ੍ਹ ਵਾਲੀ ਪੀਜੀਆਈ ਹੈ, ਮੈਂ ਨਹੀਂ ਇੱਥੋਂ ਇਲਾਜ ਕਰਾਉਣਾ, ਮੈਂ ਨਹੀਂ ਇੱਥੋਂ ਟੈਸਟ ਕਰਾਉਣਾ, ਮੈਨੂੰ ਨਹੀਂ ਇੱਥੇ ਯਕੀਨ, ਮੈਨੂੰ ਤਾਂ ਫਲਾਣੇ ਹਸਪਤਾਲ ਦੇ ਵਿੱਚ ਲੈ ਜਾਓ। ਉਹ ਫਲਾਣੇ ਹਸਪਤਾਲ ਦੇ ਵਿੱਚ ਲੈ ਗਏ, ਹਨੀਪ੍ਰੀਤ ਦੀਆਂ ਫੋਟੋ ਵੀ ਆ ਗਈਆਂ ਕਿ ਉਹਦਾ ਅਟੈਂਡੈਂਟ ਦਾ ਪਾਸ ਵੀ ਬਣ ਗਿਆ। ਉਹ 15 ਤਰੀਕ ਤੱਕ ਗੁਰਮੀਤ ਰਾਮ ਰਹੀਮ ਨੂੰ ਮਿਲ ਸਕਦੀ ਹੈ, ਉਹਨਾਂ ਨੂੰ ਜਾਣੀ ਦੇਖਭਾਲ ਉਹਨਾਂ ਦੀ ਕਰ ਸਕਦੀ ਹੈ, ਠੀਕ ਹੈ।
ਪਰ ਸੰਧਾਲੀਆ ਸਾਹਿਬ ਇੱਕ ਪਾਸੇ ਆ ਕਰੋਨਾ ਦੇ ਕਾਲ 'ਚ ਪਿਛਲੇ 15 ਮਹੀਨਿਆਂ 'ਚ ਸਾਡੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਨਹੀਂ ਥੱਕੀਆਂ, ਨਾ ਕੇਂਦਰ ਦੀ ਸਰਕਾਰ ਤੇ ਨਾ ਸੂਬਿਆਂ ਦੀਆਂ ਸਰਕਾਰਾਂ, ਕਿ ਸਾਡਾ ਸਰਕਾਰੀ ਸਿਹਤ ਸਿਸਟਮ ਬਹੁਤ ਵਧੀਆ, ਇਹਨੇ ਲੋਕਾਂ ਨੂੰ ਬਹੁਤ ਵਧੀਆ ਸੇਵਾਵਾਂ ਦਿੱਤੀਆਂ, ਇੱਥੇ ਵੈਂਟੀਲੇਟਰ ਵੀ, ਇੱਥੇ ICU ਵੀ, ਇੱਥੇ ਟੈਸਟਿੰਗ ਸਾਰਾ ਕੁਝ ਹੈਗਾ। ਤੇ ਜੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰਾ ਕੁਝ ਹੈਗਾ ਤੇ ਆ ਜਿਹੜੇ ਬੰਦੇ ਕੈਦੀ ਆ, ਜਿਨ੍ਹਾਂ ਨੂੰ ਸਜ਼ਾ ਬੋਲ ਚੁੱਕੀ ਹੈ, ਜਿਨ੍ਹਾਂ ਦੇ ਖਿਲਾਫ ਦੋਸ਼ ਸਾਬਿਤ ਹੋ ਚੁੱਕੇ ਆ, ਐਸਾ ਵੀ ਕਿਹੜਾ ਕਾਨੂੰਨ ਹੈ ਕਿ ਭਾਈ ਜੀ ਉਹ ਕਹਿਣ ਕਿ ਭਾਈ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਜਾਣਾ, ਮੈਨੂੰ ਫਲਾਣੇ ਹਸਪਤਾਲ ਦੇ ਵਿੱਚ ਪਹੁੰਚਾ ਦਿਓ। ਤਾਂ ਫਿਰ ਜਦੋਂ ਲੋਕ ਗੱਲਾਂ ਕਰਦੇ ਆ ਕਿ ਕੋਈ ਸਿਆਸੀ ਮਸਲਾ ਤਾਂ ਨਹੀਂ, ਕੋਈ ਫਲਾਣਾ ਮਸਲਾ ਤਾਂ ਨਹੀਂ, ਸੀਟਾਂ ਜਿੱਤਣ ਵਾਲਾ ਮਸਲਾ ਤਾਂ ਨਹੀਂ, ਆ ਜਿਹੜਾ ਹੁਣ ਲਗਾਤਾਰ ਇੱਕ ਤੋਂ ਬਾਅਦ ਇੱਕ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਂਦਾ ਜਾ ਰਿਹਾ, ਠੀਕ ਹੈ, ਜੇ ਤਾਂ ਉਹਦੀ ਸਿਹਤ ਖਰਾਬ ਹੈ PGI ਰੋਹਤਕ ਤੋਂ ਇਲਾਜ ਕਰਾਓ, ਪਰ ਆ ਲਗਜ਼ਰੀ ਹਸਪਤਾਲ ਦੇ ਵਿੱਚ ਤੇ ਝੱਟ ਠਾਹ ਦੇਣੀ ਸਵੇਰੇ 7:30 ਵਜੇ ਜਿੱਦਾਂ ਹਨੀਪ੍ਰੀਤ ਦਾ ਕਾਰਡ ਬਣ ਗਿਆ ਨਾ, ਉਹਦੇ ਤੋਂ ਬਾਅਦ ਲੋਕਾਂ ਨੇ ਮੂੰਹ ਚੁੰਗਲਾਂ ਪਾ ਲਈਆਂ। ਜਿਹਦੇ ਉਂਗਲਾਂ ਮੂੰਹ 'ਚ ਨਾ ਪਾਉਣ, ਉਂਗਲਾਂ ਮੂੰਹ ਤੇ ਰੱਖ ਲੈਣ, ਬਿਲਕੁਲ ਨਹੀਂ ਬੋਲਣ ਦੀ ਲੋੜ ਹੈਗੀ। ਵੈਸੇ ਮੈਨੂੰ ਇਹ ਨਹੀਂ ਸਮਝ ਆਈ ਗੱਲ ਦੀ ਵੀ ਨਾਲੇ ਕਹਿੰਦੇ ਜਿਹਨੂੰ ਕਰੋਨਾ ਹੋ ਜਾਂਦਾ ਉਹਦੇ ਲਾਗੇ ਕਿਸੇ ਨੇ ਨਹੀਂ ਜਾਣਾ ਭਾਈ ਸਾਹਿਬ, ਕੋਈ ਤੋਂ ਪ੍ਰੋਬਲਮ ਹੋ ਸਕਦੀ, ਤੇ ਬਾਬਿਆਂ ਦੀ ਸੇਵਾ ਲਈ ਬੀਬੀ ਨੂੰ ਲੈ ਆਂਦਾ। ਮੈਨੂੰ ਸਮਝ ਨਹੀਂ ਵੀ ਉਹ ਕੈਸਾ ਕਰੋਨਾ ਜਿਹੜਾ ਗਾਂ ਉਹਨੂੰ ਨਹੀਂ ਹੋਊਗਾ। ਇਸੇ ਕਰਕੇ ਤਾਂ ਨੈਗੇਟਿਵ ਰਿਪੋਰਟ ਆਈ ਮੁੜ ਕੇ। ਓ ਅੱਛਾ, ਵੀ ਇਹਨੂੰ ਨਹੀਂ ਹੋਊਗਾ। ਤੇ ਵੀ ਜੇ ਬੰਦਾ ਕਰੋਨਾ ਨੈਗੇਟਿਵ ਹੈ ਤੇ ਫਿਰ 15 ਜੂਨ ਤੱਕ ਅੰਦਰ ਕੀ ਕਰਨਾ? ਜਿੱਦਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਨੇੜਲੀਆਂ ਗੱਲਾਂ ਦੱਸਦੇ ਸੀ ਭੇਤ ਵਾਲੀਆਂ, ਹੋ ਸਕਦਾ ਕਿ ਅਗਲੇ ਬਾਬਾ ਜੀ ਹੋਰੀ ਕਹਿਣ ਕਿ ਮੈਂ ਤਾਂ ਸੰਧਾਲੀਆ ਨੂੰ ਮਿਲਣਾ ਭਾਈ, ਸੰਧਾਲੀਆ ਨੂੰ ਭੇਜੋ, ਅਗਲਾ ਪਾਸ ਤੁਹਾਡਾ ਹੋਵੇ। ਤੁਸੀਂ ਮੂੰਹ ਦੇ ਉੱਤੇ ਡੱਬੀਆਂ ਵਾਲੀ ਖੇਸੀ ਲੈ ਕੇ ਤੁਰੇ ਜਾਂਦੇ ਹੋ, ਸੰਧਾਲੀਆ ਮਿਲਣ ਚੱਲਿਆ, ਮੈਨੂੰ ਮਿਲਾ ਦਿਓ। ਨਹੀਂ ਪੈ ਗੱਲ ਹੀ ਕਰਦੇ ਆ। ਚਲੋ ਮੈਂ ਗੱਲ ਤਾਂ ਇਹ ਆ ਵੀ ਦੇਖੋ ਇਹ ਆ ਉਹ ਗੱਲਾਂ, ਮਤਲਬ ਇਹ ਉਹ ਗੱਲਾਂ ਨੇ, ਇਹ ਕਿਉਂ ਹੁੰਦੀਆਂ ਨੇ ਵਾਰ-ਵਾਰ? ਕਿਉਂਕਿ ਕਾਰਨ ਇਹ ਆ ਵੀ ਜਿੱਥੇ ਲੋੜ ਹੈ, ਹੁਣ ਦੇਖੋ ਫਿਰ ਮੇਰੀ ਉਹ $5 ਵਾਲੀ ਸ਼ਰਤ ਦੀ ਗੱਲ ਆ ਜਾਣੀ ਵੀ ਜਿੱਦਣ ਇਸ ਚੀਜ਼ ਦੀ ਲੋੜ ਪੈਣੀ ਹੈ ਨਾ, ਜਿੱਥੇ ਉਹ ਇਹ ਮੋੜਾ ਪਾਇਆ ਜਾ ਸਕਦਾ ਵੀ ਆਹ ਗੱਲਾਂ ਨਾ ਕਰਨੀਆਂ ਪੈਣ, ਲੋਕਾਂ ਬਾਰੇ ਕੁਝ ਸੋਚਿਆ ਜਾਵੇ, ਲੋਕ ਜਿੱਥੋਂ ਤੰਗ ਨੇ ਉਹਨਾਂ ਦਾ ਹੱਲ ਹੋਵੇ। ਅੱਜ ਹਰੇਕ ਬੰਦਾ ਜਿਹੜਾ ਸੋਚਦਾ ਉਹਨੂੰ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ ਵੀ ਯਾਰ ਮੇਰਾ ਕੀ ਬਣੂਗਾ, ਚੱਲ ਮੇਰੀ ਲੰਘੀ, ਮੇਰੇ ਨਿਆਣਿਆਂ ਦਾ ਕੀ ਹੋਊਗਾ। ਇਹ ਗੱਲ ਕਿਉਂ ਬਣ ਗਈ? ਇਸ ਕਰਕੇ ਬਣ ਗਈ ਕਿਉਂਕਿ ਉਹਨੂੰ ਇਹ ਦੱਸਣ ਲੱਗ ਪਿਆ ਵੀ ਭਾਈ ਸਾਹਿਬ ਜਿਹੜੇ ਮੈਂ ਚੁਣ ਕੇ ਭੇਜਦਾ ਉਹਨਾਂ ਨੂੰ ਮੇਰਾ ਫਿਕਰ ਨਹੀਂ। ਤੇ ਫਿਰ ਜਦੋਂ ਚੁਣ ਕੇ ਭੇਜਣਾ, ਉੱਥੇ ਜਿਹੜੀ ਚੀਜ਼ ਦੀ ਲੋੜ ਆ ਉਦੋਂ ਕਿਉਂ ਅੱਖਾਂ ਤੇ ਪਰਦਾ ਪੈ ਜਾਂਦਾ? ਸੰਧਾਲੀਆ ਸਾਹਿਬ ਗੱਲ ਤੁਸੀਂ ਚੰਗਾ ਕੀਤਾ ਕਿ $5 ਸਾਹਮਣੇ ਲਿਆਂਦੇ, ਉਹਨਾਂ ਦਾ ਜ਼ਿਕਰ ਕੀਤਾ, ਹਲਕੀ ਜੀ ਇੰਡੀਕੇਸ਼ਨ ਦਿੱਤੀ, ਸੰਕੇਤ ਦਿੱਤਾ। ਹਰਿਆਣੇ ਦਾ ਚੱਕਰ ਆ ਨਾ, ਹਰਿਆਣੇ ਦੇ ਵਿੱਚ ਇੱਕ ਪਾਸੇ ਤਾਂ ਆ ਉੱਪਰਲੀ ਪੱਧਰ ਦੇ ਉੱਤੇ ਛੱਜ 'ਚ ਪਾ ਕੇ ਆ ਕੁਝ ਛੱਟਿਆ ਜਾ ਰਿਹਾ ਤੇ ਲੋਕ ਹੈਰਾਨ ਨੇ ਕਿ ਭਾਈ ਇਹ ਹੋਈ ਕੀ ਜਾਂਦਾ, ਮੂਹਰੇ ਉਹ ਪੰਜਾਬ ਦੀ ਵਿਧਾਨ ਸਭਾ ਚੋਣ ਸਿਰ ਤੇ ਹੈ। ਪਰ ਦੂਸਰੇ ਪਾਸੇ ਜਿਹਦੇ ਕਰਕੇ ਮੈਂ ਕਹਿੰਦਾ ਹੁੰਨਾ ਕਿ ਭਾ $5 ਮੈਂ ਐ ਖਿੱਚ ਕੇ ਲਿਆਉਣੇ ਆ, ਉਹ ਵੀ ਉਸੇ ਹਰਿਆਣੇ ਦੇ ਟੋਹਾਣੇ ਦੀ ਗੱਲ ਹੈ। ਦਵਿੰਦਰ ਬੱਬਲੀ MLA ਬੁਰਾ ਬੋਲਿਆ ਸੀ, ਉਹਦੀ ਗੱਡੀ ਦਾ ਸ਼ੀਸ਼ਾ ਭੱਜਿਆ ਸੀ, ਉਹਦੇ ਤੋਂ ਬਾਅਦ ਕਿਸਾਨਾਂ ਨੇ ਉੱਥੇ ਧਰਨਾ ਲਾਤਾ, ਕਿਸਾਨਾਂ ਤੇ ਪਰਚਾ ਹੋ ਗਿਆ, ਕਹਿੰਦੇ ਸੀ ਕਿ ਭਾਈ ਮਾਫੀ ਮੰਗੇ MLA, ਨਹੀਂ ਤਾਂ ਪਰਚਾ ਦਰਜ ਕਰੋ। ਉਹ ਆਣ ਕੇ ਅਫਸੋਸ ਦਾ ਪ੍ਰਗਟਾਵਾ ਕਰ ਗਿਆ ਕਿ ਭਾਈ ਮੈਨੂੰ ਇਦਾਂ ਦੇ ਸ਼ਬਦ ਨਹੀਂ ਸੀ ਬੋਲਣੇ ਚਾਹੀਦੇ। ਪਹਿਲੀ ਜਿੱਤ ਲੋਕਾਂ ਦੀ, ਲੋਕ ਬੈਠੇ। ਤੇ ਉਹਦੇ ਤੋਂ ਬਾਅਦ ਉਸ ਧਰਨੇ ਦੇ ਵਿੱਚੋਂ ਹੀ ਕੁਝ ਲੋਕ ਫੜ ਲਿਆ ਸੀ ਕਿਸਾਨਾਂ ਦੇ ਆਗੂ, ਕਿੰਨੇ ਹੀ ਛੱਡ ਦਿੱਤੇ, 3 ਛੱਡੇ ਹੀ ਨਾ। ਤੇ ਕਿਸਾਨਾਂ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਵੀ ਉੱਥੇ ਹੀ, ਜੋਗਿੰਦਰ ਯਾਦਵ ਵੀ ਉੱਥੇ ਹੀ, ਤਰਕੇਸ਼ ਟਕੈਤ ਵੀ ਉੱਥੇ। ਉਹ ਕਹਿੰਦੇ ਲੈ ਸਾਡੇ ਬੰਦੇ ਅੰਦਰ ਹੋਣ, MLA ਭਾਵੇਂ ਮਾਫੀ ਮੰਗਿਆ ਹੋਵੇ, ਅਸੀਂ ਘਰਾਂ ਨੂੰ ਚਲੇ ਜਾਈਏ, ਅਸੀਂ ਜਾ ਕੇ ਕਮਰੇ 'ਚ ਸੋਈਏ, ਅਸੀਂ ਆਪਣੇ ਮੰਜੇ 'ਤੇ ਸੋਈਏ, ਇਦਾਂ ਨਹੀਂ ਟੋਹਾਣੇ ਵਾਲੇ ਥਾਣੇ ਦੇ ਸਾਹਮਣੇ ਧਰਨਾ। ਪੱਕੇ ਤੰਬੂ ਲਿਆ ਕੇ ਗੜਨੇ ਸ਼ੁਰੂ ਕਰਤੇ ਕਿ ਭਾਈ 2 ਦਿਨ ਦਿੱਤੇ, ਬੰਦੇ ਸਾਡੇ ਬਾਹਰ ਚਾਹੀਦੇ ਆ, ਨਹੀਂ ਤਾਂ ਸਾਰੇ ਹੀ ਹਰਿਆਣੇ ਦੇ ਵਿੱਚ ਧਰਨਾ ਚੱਲੂ। ਜਿਹੜੇ ਲੋਕ ਕਹਿੰਦੇ ਸੀ ਕਿਸਾਨ ਆਗੂ ਤਾਂ 5 ਸਟਾਰ ਹੋਟਲਾਂ 'ਚ ਸੌਂਦੇ, ਇਹਨਾਂ ਦੇ ਕਮਰੇ ਇਕੱਲੇ ਪੱਕੇ ਪਰਲੇ ਪਾਸੇ ਬੁੱਕ ਆ, ਉਹਨਾਂ ਨੇ ਰਕੇਸ਼ ਟਕੈਤ ਵੀ ਕੰਧ 'ਤੇ ਸੁੱਤਾ ਦੇਖਿਆ ਰਾਤ ਨੂੰ, ਉਹਨਾਂ ਨੇ ਗੁਰਨਾਮ ਸਿੰਘ ਚੜੂਨੀ ਵੀ ਪੱਗ ਥੱਲੇ ਹੱਥ ਰੱਖ ਕੇ ਸੁੱਤਾ ਦੇਖਿਆ ਉੱਥੇ ਸੜਕ ਦੇ ਉੱਤੇ। ਤੇ ਸੰਧਾਲੀਆ ਸਾਹਿਬ ਪਹਿਲਾਂ 2 ਲੀਡਰ ਛੱਡਣੇ ਪਏ, ਬਾਅਦ ਵਿੱਚ ਤੀਜਾ ਵੀ ਛੱਡਿਆ, ਤੇ ਨਾਲ ਦੀ ਨਾਲ ਅਗਲੇ ਨੇ ਚੇਤਾਵਨੀ ਦੇਤੀ। ਉਹ ਕਹਿੰਦੇ ਜੇ ਅਸੀਂ ਨੂੰ ਕਹਿ ਕੇ ਚੱਲੇ ਆ, ਤੁਸੀਂ ਸਾਡੇ ਬੰਦਿਆਂ ਦੇ ਪਰਚਾ ਕਰਕੇ ਦੇਖੋ, ਤੁਸੀਂ ਸਾਡੇ ਬੰਦਿਆਂ ਨੂੰ ਅੰਦਰ ਦੇ ਕੇ ਦੇਖੋ, ਤੁਸੀਂ ਸਖਤੀ ਨਾਲ ਡਰਾਉਣ ਦੀ ਕੋਸ਼ਿਸ਼ ਕਰਕੇ ਦੇਖੋ। ਹਰਿਆਣੇ 'ਚ ਹੁਣ ਇਹ ਕੰਮ ਨਹੀਂ ਹੋਣ ਦਿੰਦੇ। ਇਹਦੇ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਕਿ ਜਿੰਨੇ ਕੁ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਸੀ, ਲੋਕ ਇਸ ਤਰੀਕੇ ਸੜਕ ਦੇ ਉੱਤੇ ਆਉਂਦੇ ਸੀ ਕਿ ਸਰਕਾਰ ਨੂੰ ਆਪਣੇ ਕਦਮ ਵਾਪਸ ਖਿੱਚਣੇ ਪਏ। ਉਹ ਵੀ ਹਰਿਆਣਾ, ਇਹ ਵੀ ਹਰਿਆਣਾ। ਨਹੀਂ ਐ ਹਰਿਆਣਾ ਛੱਡ ਕੇ ਤਾਂ ਹੁਣ ਪੰਜਾਬ 'ਚ ਵੀ ਫਰਕ ਪੈਣ ਲੱਗ ਪਿਆ। ਵਾਹਵਾ ਦਿਨਾਂ ਤੋਂ ਆਪਾਂ ਥੋੜ੍ਹੀ ਲੀਡਰਾਂ ਦੀ ਗੱਲ ਕਰਦੇ ਹਾਂ ਜਿਹੜੇ ਹੁਣ ਜਿਹਨਾਂ ਨੂੰ ਮਤਲਬ ਇਹ ਨਜ਼ਰ ਆਉਣ ਲੱਗ ਪਿਆ ਵੀ ਭਾਈ ਸਾਹਿਬ ਪੰਜਾਬ ਦੇ ਵਿੱਚ ਹਾਲਾਤ ਕੁਝ ਹੋਰ ਨੇ। ਹੁਣ ਮਾਝੇ ਵਾਲੇ ਪਾਸਿਓਂ ਅਨਿਲ ਜੋਸ਼ੀ ਸਾਹਿਬ ਨੇ, BJP ਦੇ ਲੀਡਰ ਨੇ, ਪਿਛਲੇ ਸਮੇਂ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਵਾਹਵਾ ਚਰਚਾ 'ਚ ਰਹਿੰਦੇ ਸੀ, ਗੋਲੀਆਂ ਵੀ ਚੱਲੀਆਂ, ਮੇਰੇ ਖਿਆਲ ਤਰਨਤਾਰਨ ਵਾਲਿਆਂ ਨੂੰ ਵਾਹਵਾ ਪਤਾ ਹੋਣਾ ਕਿਹੜਾ ਭੱਜਾ, ਕਿੰਨੇ ਕਿਹਨੂੰ ਕਿਹੜੀ ਗੋਲੀ ਮਾਰੀ। ਉਹ ਹੁਣ ਦੁਬਾਰਾ ਸਾਹਮਣੇ ਆ ਗਏ, ਉਹ ਵੀ ਕਹਿੰਦੇ ਵੀ ਭਾਈ ਸਾਹਿਬ ਮੈਂ ਕਿਸਾਨਾਂ ਦੇ ਨਾਲ ਹਾਂ,
ਪੰਜਾਬ ਵਾਲੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹ ਸਮਝਾ ਨਹੀਂ ਪਾ ਰਹੀ ਵੀ ਇੱਥੇ ਹਾਲਾਤ ਕੀ ਨੇ। ਪਤਾ ਨਹੀਂ ਵੀ ਜਾਂ ਇਹ ਉੱਤੇ ਜਾ ਕੇ ਦੱਸਦੇ ਨਹੀਂ, ਜੇ ਇਹ ਦੱਸਦੇ ਆ ਤੇ ਅਗਲੇ ਸੁਣਦੇ ਨੇ, ਜੇ ਉਹ ਸੁਣਦੇ ਨੇ ਤੇ ਉਹਨਾਂ ਨੂੰ ਕਲੀਅਰ ਦੱਸ ਦਿਓ ਵੀ ਵੀਰ ਇੱਥੋਂ ਥਾਪੜਾ ਨਾ ਦਿਓ, ਥੱਲੇ ਥਪੜੇ ਪੈਣਗੇ। ਪਰ ਉਹ ਕਹਿੰਦੇ ਵੀ ਜਿਵੇਂ ਮਰਜ਼ੀ ਹੋ ਜੇ, ਹੁਣ ਮੇਰੇ ਕੋਲੇ ਉਹਦਾ ਤਾਂ ਕੋਈ ਨਹੀਂ, ਪਰ ਮੈਂ ਕਿਸਾਨਾਂ ਦੇ ਨਾਲ ਹਾਂ। ਹੁਣ ਵੈਸੇ ਮੈਂ ਸੋਚਦਾ ਸੀ ਵੀ ਚਲੋ ਜਿੰਨੀ ਕੁ ਮੇਰੀ ਜਾਣਕਾਰੀ ਹੈ, ਜੋਸ਼ੀ ਸਾਹਿਬ ਉੱਥੇ ਤਰਨਤਾਰਨ ਸ਼ਹਿਰ ਦੇ ਵਿੱਚ ਉਹਨਾਂ ਦਾ ਕੱਪੜੇ ਦਾ ਕਾਰੋਬਾਰ ਵੀ ਹੈਗਾ। ਹੋ ਸਕਦਾ ਥੱਲਿਓਂ ਕਿਤੇ ਦੁਕਾਨ ਤੋਂ ਮੁੰਡਿਆਂ ਹੀ ਕਹਿ ਦਿੱਤਾ ਹੋਵੇ ਵੀ ਮਹਾਰਾਜ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਕਿਉਂਕਿ ਦੁਕਾਨ ਤੇ ਆਉਣਾ ਕਿੰਨੇ ਉਹੀ ਪਿੰਡਾਂ ਥਾਵਾਂ ਵਾਲਿਆਂ ਨੇ ਵੀ ਹੁਣ ਤਾਂ ਇੱਥੇ ਆਉਂਦਾ ਵੀ ਕੋਈ ਨਹੀਂ ਮਹਾਰਾਜ, ਤੇ ਲੋਕਾਂ ਕੋਲੇ ਤਾਂ ਅੱਗੇ ਕੁਝ ਨਹੀਂ ਹੈਗਾ, ਤੇ ਜੇ ਲੋਕਾਂ ਕੋਲੇ ਨਹੀਂ ਹੈਗਾ ਉੱਪਰ ਤੱਕ ਗੱਲ ਪਹੁੰਚਾ ਦਿਓ। ਇਹਦਾ ਮਤਲਬ ਇਹ ਹੋ ਗਿਆ ਵੀ ਭਾਵੇਂ ਕਿਸੇ ਤਰ੍ਹਾਂ ਸਹੀ ਅਸਰ ਤੇ ਹੋਇਆ, ਇਸ ਗੱਲ 'ਚ ਮੈਂ ਮੰਨਦਾ, ਪਰ ਮੇਰੀ ਸ਼ਰਤ ਇਸ ਚੀਜ਼ ਦੀ ਨਹੀਂ ਹੈਗੀ ਵੀ ਲੋਕਾਂ ਵੱਲੋਂ ਅਸਰ ਜਾ ਰਿਹਾ ਕਿ ਨਹੀਂ ਜਾ ਰਿਹਾ। ਮੇਰੀ ਸ਼ਰਤ ਇਹ ਹੈ ਵੀ ਜਿਸ ਦਿਨ ਅਸੀਂ ਤੁਹਾਡੀਆਂ ਅੱਖਾਂ ਤੇ ਪਰਦਾ ਪਾ ਕੇ ਵੋਟਾਂ ਲੈਣੀਆਂ, ਉਦਣ ਨਹੀਂ ਪੈਣ ਦੇਣਾ। ਅੱਗੇ ਨਾ ਸੰਧਾਲੀਆ ਸਾਹਿਬ ਇੱਕ ਮੂੰਗਰਾ ਹੁੰਦਾ ਸੀ, ਅੱਖਾਂ 'ਚ ਪਾਈਦਾ ਸੀ, ਹੁਣ ਤਾਂ ਉਹ ਮੇਰੇ ਖਿਆਲ ਹੈਗਾ ਕਿ ਨਹੀਂ ਹੈਗਾ ਮੈਨੂੰ ਨਹੀਂ ਪਤਾ। ਹੋਊਗਾ, ਹੋਣਾ ਹੈ ਨਾ ਮੂੰਗਰਾ, ਅੱਗੇ ਹੁੰਦਾ ਪਲਾਸਟਿਕ ਜੀ ਅੱਖਾਂ ਆਈਆਂ ਤੋਂ, ਹਨਾ ਅੱਖਾਂ ਆਈਆਂ ਤੋਂ। ਅਸੀਂ ਮੂੰਗਰੇ ਹੁਣ ਜੇਬਾਂ 'ਚ ਹੀ ਰੱਖੇ ਹੋਆ, ਕੋਈ ਗੱਲ ਨਹੀਂ, ਤੁਸੀਂ ਪਰਦਾ ਪਾਓ, ਤੁਸੀਂ ਜੋ ਮਰਜ਼ੀ ਕਰੋ, ਅਸੀਂ ਕਿਹੜਾ ਉੱਥੇ ਮੋਤੀਆ ਬਿੰਦ ਦਾ ਆਪਰੇਸ਼ਨ ਕਰਾਉਣਾ, ਅਸੀਂ ਮੂੰਗਰਾ ਹੀ ਕੱਢ ਕੇ ਪਾਉਣਾ, ਉਹਨੂੰ ਜਦੋਂ ਉੱਪਰੋਂ ਐ ਕੱਟੀ ਦੇ ਭੜਕ ਤੇ ਨਹੀਂ ਨਾ ਪਰੇ ਨਹੀਂ ਜਾਂਦਾ ਸੀ। ਚਲੋ ਹੁਣ ਮੈਂ ਤੁਹਾਨੂੰ ਦੱਸਦਾ ਮੂੰਗਰੇ ਵਾਲੀ ਗੱਲ। ਅਨਿਲ ਜੋਸ਼ੀ ਸਾਹਿਬ ਇਸ ਵੇਲੇ ਬਿਲਕੁਲ ਤਕਰੀਬਨ ਉਸੇ ਤਰ੍ਹਾਂ ਦੇ ਸਟੈਂਡ ਤੇ ਆ ਜਿੱਦਾਂ ਦਾ ਸਟੈਂਡ ਕਦੇ ਸੁਰਜੀਤ ਜਿਆਣੀ ਹੋਰਾਂ ਨੇ ਲਿਆ ਸੀ ਤੇ ਤੁਹਾਡੇ ਨਾਲ ਕੁਰਸੀ ਤੇ ਬੈਠੇ ਸੀ ਜਲੰਧਰ ਵਾਲੇ ਸਟੂਡੀਓ 'ਚ। ਕਈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਉਦਾਂ ਦਾ ਸਟੈਂਡ ਲਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਅਸਤੀਫੇ ਦਿੱਤੇ। ਇੱਕ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਜਨਰਲ ਸਕੱਤਰ ਵੀ ਮਲਵਿੰਦਰ ਸਿੰਘ ਹੋਰੀ, ਜਿਹੜੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੇ ਪਹਿਲਾਂ ਪ੍ਰਧਾਨ ਵੀ ਰਹੇ 2 ਵਾਰੀ, ਉਹਨਾਂ ਵੀ ਸੈਨੇਟ ਦੇ ਮੈਂਬਰ ਰਹੇ, ਸਿੰਡੀਕੇਟ ਤੱਕ ਪੁੱਜੇ, ਉਹ ਵੀ ਬੰਦੇ ਅਸਤੀਫਾ ਦੇ ਕੇ ਗਏ ਸੀ। ਹੁਣ ਪਹਿਲੀ ਗੱਲ ਕਿ ਜੋਸ਼ੀ ਸਾਹਿਬ ਕਿਸ ਵੇਲੇ ਬੋਲੇ, ਬਹੁਤ ਚੰਗੀ ਗੱਲ ਹੈ। ਜੇ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਮੈਂ ਹਾਈ ਕਮਾਂਡ ਤੱਕ ਗੱਲ ਲੈ ਕੇ ਗਿਆ, ਸੁਣੀ ਨਹੀਂ। ਮੈਂ ਭਾਜਪਾ ਦੀਆਂ ਸੂਬੇ ਦੀਆਂ ਮੀਟਿੰਗਾਂ ਦੇ ਵਿੱਚ ਗੱਲ ਰੱਖੀ, ਸੁਣੀ ਨਹੀਂ। ਉਹ ਕਹਿੰਦੇ ਅੱਧੇ ਸਾਡੇ ਬੰਦੇ ਤਾਂ ਅਕਾਲੀਆਂ ਦੀ ਚਾਪਲੂਸੀ ਕਰਦੇ ਰਹੇ ਅੱਜ ਤੱਕ, ਅੱਧੇ ਬੰਦੇ ਹਾਈ ਕਮਾਂਡ ਦੀ ਚਾਪਲੂਸੀ ਕਰੀ ਜਾਂਦੇ ਆ। ਉਹ ਕਹਿੰਦੇ ਮੈਂ ਤਾਂ ਸਪਸ਼ਟ ਇਹ ਕਹਿਣਾ ਕਿ ਪੰਜਾਬ ਭਾਜਪਾ ਲੀਡਰਸ਼ਿਪ ਨੂੰ ਠੋਕ ਕੇ ਪੰਜਾਬ ਦੇ ਕਿਸਾਨਾਂ ਦਾ ਪੱਖ ਰੱਖਣਾ ਚਾਹੀਦਾ, ਪੰਜਾਬ ਦੇ ਲੋਕਾਂ ਦਾ ਪੱਖ ਰੱਖਣਾ ਚਾਹੀਦਾ। ਮੰਨਦੇ ਨਹੀਂ ਮੰਨਦੇ ਵੱਖਰੀ ਗੱਲ ਹੈ, ਘੱਟੋ ਘੱਟ ਪੰਜਾਬ ਦੇ ਲੋਕਾਂ ਨਾਲ ਤਾਂ ਖੜੋ। ਮੈਂ ਵੀ ਕਹਿੰਦਾ ਕਿਸਾਨੀ ਪਰਿਵਾਰ ਦੇ ਵਿੱਚੋਂ ਆਇਆ, ਅੱਜ ਖੇਤੀ ਕਰਦੇ ਆ ਨਹੀਂ ਕਰਦੇ ਵੱਖਰੀ ਗੱਲ। ਹੁਣ ਥੋੜ੍ਹੇ ਜਿਹੇ ਦੂਸਰੇ ਪਾਸੇ ਚਲੀਏ। ਸਭ ਤੋਂ ਵੱਧ ਅਨੁਸ਼ਾਸਨ ਵਾਲੀ ਪਾਰਟੀ ਭਾਜਪਾ। ਤੁਹਾਨੂੰ ਯਾਦ ਹੋਣਾ ਕਿ ਅਨਿਲ ਜੋਸ਼ੀ ਸਾਹਿਬ ਨੂੰ ਸਿਆਸਤ ਦੇ ਵਿੱਚ ਜਿਹੜਾ ਬੰਦਾ ਲੈ ਕੇ ਆਇਆ ਸੀ, ਉਹ ਬੰਦਾ ਅੱਜ ਕੱਲ੍ਹ ਕਾਂਗਰਸ ਪਾਰਟੀ ਦੇ ਵਿੱਚ ਹੈ ਤੇ ਨਾਮ ਹੈ ਨਵਜੋਤ ਸਿੰਘ ਸਿੱਧੂ। ਉਹ ਜਦੋਂ MP ਹੁੰਦੇ ਸੀ, ਉਹਨਾਂ ਨੇ ਅਨਿਲ ਜੋਸ਼ੀ ਸਾਹਿਬ ਨੂੰ ਥਾਪੜਾ ਦਿੱਤਾ, ਜੋ ਜੋਸ਼ੀ ਸਾਹਿਬ ਮੂਹਰੇ ਉਹਨਾਂ ਨੂੰ ਥਾਪੜਾ ਨੂੰ ਫਿਰਦੇ ਮੁੜ ਕੇ ਬਾਅਦ 'ਚ ਚਲੋ ਮੰਤਰੀ ਬਣੇ। ਕਦੇ ਤੂਤੀ ਬੋਲਦੀ ਹੁੰਦੀ ਸੀ ਭਾਰਤੀ ਜਨਤਾ ਪਾਰਟੀ ਦੇ ਮਾਝੇ ਵਾਲੇ ਖੇਤਰ ਦੇ ਵਿੱਚ, ਇੱਕ ਵਾਰੀ ਤਾਂ ਭਾਜਪਾ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਨਾਂ ਵੀ ਇਹਨਾਂ ਦਾ ਉੱਭਰਿਆ ਸੀ। ਉਹਦੇ ਤੋਂ ਬਾਅਦ ਇਲੈਕਸ਼ਨ ਐਤਕੀ ਹਾਰ ਗਿਆ। ਪਿਛਲੇ ਸਮੇਂ ਦੇ ਵਿੱਚ ਇੱਕ ਵਾਰੀ ਅਮਿਤ ਸ਼ਾਹ ਹੋਰਾਂ ਨੇ ਅੰਮ੍ਰਿਤਸਰ ਆਉਣਾ ਸੀ, ਵੱਡਾ ਸਮਾਗਮ, ਹੋਰਡਿੰਗ ਲੱਗੇ, ਤੇ ਉਦੋਂ ਜੋਸ਼ੀ ਸਾਹਿਬ ਦਾ ਹੋਰਡਿੰਗ ਕਿੱਥੇ ਲੱਗਣਾ ਤੇ ਕਿੱਥੇ ਨਹੀਂ ਲੱਗਣਾ, ਕਿਹਦਾ ਲੱਗਣ ਦੇਣਾ ਤੇ ਕਿਹਦਾ ਨਹੀਂ ਲੱਗਣ ਦੇਣਾ, ਉਦੋਂ ਵੀ ਬਹੁਤ ਰੌਲਾ ਪਿਆ। ਜਾਣੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਧੜੇਬੰਦੀ ਬਹੁਤ ਕਸੂਤੀ ਹੈ, ਤੇ ਜੋਸ਼ੀ ਸਾਹਿਬ ਪਿਛਲੇ ਥੋੜੇ ਜਿਹੇ ਸਮੇਂ ਤੋਂ ਹਾਸ਼ੀਏ ਤੇ ਨੇ। ਚਲੋ ਕੋਈ ਗੱਲ ਨਹੀਂ, ਪਰ ਫਿਰ ਵੀ ਮੈਂ ਕਹਿੰਦਾ ਕਿ ਜੇ ਬੰਦੇ ਨੇ ਥੋੜਾ ਜਿਹਾ ਸਟੈਂਡ ਲਿਆ, ਜੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ, ਤਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੋਚੇ ਵਿਚਾਰੇ ਜ਼ਰੂਰ, ਕਿਉਂਕਿ ਇੱਕ ਇੱਕ ਕਰਕੇ ਜਿਹੜਾ ਘਾਟਾ ਪਈ ਜਾਂਦਾ ਨਾ, ਕਿਤੇ ਮਿਸ ਕਾਲ ਵਾਂਗੂ ਬਣਾਏ ਹੋਏ ਮੈਂਬਰਾਂ ਵਾਲਾ ਹਾਲ ਹੀ ਨਾ ਹੋ ਜਾਏ ਮੁੜ ਕੇ। ਇਹ ਤਾਂ ਹੈ। ਬਾਕੀ ਹੁਣ ਦੇਖੋ ਇੱਕ ਚੀਜ਼ ਹੋਰ ਇਹਦੇ ਵਿੱਚ ਮੈਂ ਜ਼ਰੂਰ ਐਡ ਕਰਾਂ ਵੀ ਇਹ ਜ਼ਰੂਰੀ ਨਹੀਂ ਹੈ ਕਿ ਵੀ ਇਹ ਸਾਰਾ ਕੁਝ ਹੁਣ ਤੁਰ ਪਿਆ ਵੀ ਅਚਾਨਕ ਤੋਂ ਬਹੁਤ ਸਾਰੇ BJP ਦੇ ਲੀਡਰ ਸਾਹਿਬਾਨ ਅਸਤੀਫੇ ਦੇਣ ਲੱਗ ਪਏ, ਉਹ ਕਹਿਣ ਲੱਗ ਪਏ ਵੀ ਆਪਾਂ ਤਾਂ ਕਿਸਾਨਾਂ ਦੇ ਨਾਲ ਆ। ਇਹ ਹੁਣ ਪਤਾ ਨਹੀਂ ਹਰਿਆਣੇ ਦਾ ਅਸਰ ਹੈ ਜਾਂ ਫਿਰ ਉਹਨਾਂ ਦੇ ਉੱਪਰ ਆਪਣਾ ਹੀ ਅਸਰ ਹੋਣ ਲੱਗ ਪਿਆ ਵੀ ਯਾਰ ਇੰਨਾ ਚਿਰ ਜੇ ਕੰਮ ਚੱਲ ਪਿਆ ਤੇ ਇਹਦਾ ਅਸਰ ਮੰਨਣਾ ਪਊਗਾ, ਹੈ ਨਾ। ਕਈ ਵੇਲੇ ਹੁੰਦੀ ਬੰਦੇ ਨੂੰ ਸਿਆਣਪ ਆ ਜਾਂਦੀ। ਪਰ ਜੇ ਇਹ ਸਾਰਾ ਕੁਝ ਕਿਸੇ ਨਾ ਕਿਸੇ ਲੌਂਗ ਟਰਮ ਸਟ੍ਰੈਟਜੀ ਦਾ ਹਿੱਸਾ ਆ, ਫਿਰ ਵੀ ਗੱਲ ਸੋਚਣ ਵਾਲੀ, ਕਿਉਂਕਿ ਇਹ ਵੀ ਤਾਂ ਹੋ ਸਕਦਾ ਨਾ ਵੀ ਅੱਜ ਹੌਲੀ ਹੌਲੀ ਕੁਝ 2-4 ਬੰਦੇ ਆਪਣੇ ਚੋਂ ਕੱਢ ਕੇ ਹੀਰੋ ਬਣਾਏ ਜਾਣ। ਦੇਖੋ ਜੀ ਇਹ ਤਾਂ ਕਹਿੰਦੇ ਸੀ, ਇਹ ਤਾਂ ਕਹਿੰਦੇ ਸੀ, ਫਿਰ ਉਹੋ ਹੀ ਬੰਦੇ ਗਾਂ ਅੱਗੇ ਜਾ ਕੇ ਗੱਲ ਕਰਨ, ਫਿਰ ਉਹ ਕਹਿਣ ਗੱਲ ਤਾਂ ਅਸੀਂ ਕਰਾਈ ਨਾ, ਦੇਖੋ ਬਾਕੀ ਸਾਰੇ ਤੁਸੀਂ ਛੱਡੋ, ਆਹ ਉਹ ਬੰਦੇ ਨੇ ਜਿਨ੍ਹਾਂ ਨੇ ਗੱਲ ਕਰਾਈ। ਤੇ ਅਖੀਰ ਫਿਰ ਹੌਲੀ ਹੌਲੀ ਕਿਸਾਨਾਂ ਦਾ ਸਮਰਥਨ, ਫਿਰ ਹੌਲੀ ਹੌਲੀ ਇੱਕ ਵੇਵ, BJP ਨੇ ਸਾਰਾ ਕੁਝ ਕਰਤਾ ਭਾਈ ਸਾਹਿਬ। ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਇੱਦਾਂ ਹੋਊਗਾ, ਮੈਂ ਤਾਂ ਕਹਿ ਰਿਹਾ ਵੀ ਅੱਜ ਜਿਹੜੀ ਗੱਲ ਜਿਵੇਂ ਲੱਗਦੀ ਕੱਲ੍ਹ ਨੂੰ ਉੱਦਾਂ ਹੋਵੇ ਨਾ ਹੋਵੇ ਕੁਝ ਕਹਿ ਨਹੀਂ ਸਕਦੇ। ਪਰ ਇੱਕ ਲੰਘੀਆਂ ਇਲੈਕਸ਼ਨਾਂ ਤੋਂ ਬਾਅਦ ਮੁਲਾਕਾਤ ਹੋਣੀ, ਅੱਜ ਮੇਰੇ ਖਿਆਲ 8 ਤਰੀਕ ਹੋ ਗਈ ਭਾਰਤ 'ਚ, ਤੇ 9 ਨੂੰ ਰਕੇਸ਼ ਟਕੈਤ ਹੋਰਾਂ ਦੀ ਤੇ ਮਮਤਾ ਬੈਨਰਜੀ ਦੀ। ਹੁਣ ਉਹਦੇ 'ਤੇ ਵੀ ਲੋਕਾਂ ਦੀਆਂ ਨਿਗਾਹ ਟਿਕੀਆਂ ਨੇ ਕਿ ਭਾਈ ਸਾਹਿਬ ਟਕੈਤ ਸਾਹਿਬ ਨੇ ਉੱਥੇ ਜਾ ਕੇ BJP ਦਾ ਵਿਰੋਧ ਕੀਤਾ ਸੀ, ਉਹਦਾ ਅਸਰ ਕਿਸਾਨ ਤਾਂ ਕਹਿੰਦੇ ਵੀ ਹੋਇਆ, ਹੋ ਸਕਦਾ ਮਮਤਾ ਬੈਨਰਜੀ ਵੀ ਮੰਨਦੀ ਹੋਏ ਵੀ ਹੋਇਆ। ਪਰ ਜੇ ਹੁਣ ਇਲੈਕਸ਼ਨਾਂ ਤੋਂ ਬਾਅਦ ਵੀ ਦੁਬਾਰਾ ਮੁਲਾਕਾਤ ਹੁੰਦੀ ਹੈ ਤੇ ਹੁਣ ਇਹ 'ਚੋਂ ਕਿਹੜਾ ਸੱਪ ਨਿਕਲੂ, ਲੋਕ ਤਾਂ ਸੋਚਣਗੇ। ਅਭਿਸ਼ੇਕ ਬੈਨਰਜੀ ਮਮਤਾ ਬੈਨਰਜੀ ਦਾ ਭਤੀਜਾ, ਜਿਹਨੂੰ ਆਧਾਰ ਬਣਾ ਕੇ, ਜਿਹਨੂੰ ਕਾਰਨ ਦੱਸ ਕੇ ਸੁਭਿੰਦਰੂ ਅਧਿਕਾਰੀ ਭੱਜ ਕੇ ਗਿਆ ਸੀ ਕਿ ਮੈਂ ਤ੍ਰਿਣਮੂਲ ਕਾਂਗਰਸ ਛੱਡੀ ਤਾਂ ਮੈਂ ਭਾਰਤੀ ਜਨਤਾ ਪਾਰਟੀ ਛੱਲਾਂ, ਬੀਬੀ ਤਾਂ ਪੁੱਛਦੀ ਨਹੀਂ ਕਿਸੇ ਨੂੰ, ਸਿਰਫ ਭਤੀਜੇ ਦੀ ਸੁਣਦੀ ਹੈ।
ਚਲੋ ਬੰਗਾਲ ਦੇ ਲੋਕਾਂ ਨੇ ਅਧਿਕਾਰੀ ਸਾਹਿਬ ਦੀ ਗੱਲ ਨਹੀਂ ਸੁਣੀ ਤੇ ਉਹਨਾਂ ਤੋਂ ਅਧਿਕਾਰ ਸਿਰਫ ਇੱਕ ਵਿਧਾਨ ਸਭਾ ਹਲਕੇ ਦੇ ਰਹਿ ਗਏ ਕਿ ਭਾਈ ਤੂੰ ਐਮਐਲਏ ਬੰਦਾ, ਤੇ ਅਗਲਿਆਂ ਨੇ ਵਿਰੋਧੀ ਧਿਰ ਦਾ ਨੇਤਾ ਬਣਾਤਾ। ਮੈਂ ਅਭਿਸ਼ੇਕ ਬੈਨਰਜੀ ਦਾ ਨਾਂ ਤਾਂ ਲਿਆ, ਫਿਰ ਕਹਾਣੀ ਬਹੁਤੀ ਸਮਝ ਆਜੂ। ਅਭਿਸ਼ੇਕ ਬੈਨਰਜੀ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਜੀ ਅਸੀਂ ਬੰਗਾਲ 'ਚ ਨਹੀਂ, ਅਸੀਂ ਤ੍ਰਿਣਮੂਲ ਕਾਂਗਰਸ ਵਾਲੇ ਹਰ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਹੋ ਕੇ ਟੱਕਰਾਂਗੇ। ਇਹ ਤੱਤਾ ਹੀ ਬਿਆਨ ਆ, ਜੇ ਹੱਥ ਨਹੀਂ ਲੱਗਦਾ। ਜਿਹਦਾ ਰਿੱਝਦੀ ਹੋਵੇ ਦਾਲ ਤਾਂ ਪਤੀਲੀ ਨੂੰ ਹੱਥ ਨਹੀਂ ਲੱਗਦਾ ਹੁੰਦਾ, ਤੇ ਬੀਬੀਆਂ ਕੱਪੜੇ ਨਾ ਚੱਕਦੀਆਂ, ਕਈ ਵਾਰੀ ਚੁੰਨੀ ਦੁਪੱਟੇ ਨਾ ਚੱਕਦੀਆਂ। ਹੁਣ ਉਸ ਬੰਦੇ ਦਾ ਇਹ ਬਿਆਨ ਦੇਣਾ ਕਿ ਅਸੀਂ ਹਰ ਸੂਬੇ 'ਚ, ਤੇ ਹਰ ਸੂਬੇ ਦਾ ਮਤਲਬ ਕੀ ਆ ਕਿ ਪੱਛਮੀ ਬੰਗਾਲ ਦੇ ਸਭ ਤੋਂ ਨੇੜੇ ਜਿਸ ਸੂਬੇ ਦੇ ਵਿੱਚ ਸਭ ਤੋਂ ਪਹਿਲਾਂ ਇਲੈਕਸ਼ਨ ਆਉਣੀ ਹੈ, ਵਿਧਾਨ ਸਭਾ ਦੀ ਚੋਣ ਆਉਣੀ ਹੈ, ਉਹ ਉੱਤਰ ਪ੍ਰਦੇਸ਼ ਹੈ। ਤੇ ਰਕੇਸ਼ ਟਕੈਤ ਉੱਤਰ ਪ੍ਰਦੇਸ਼ ਦੇ ਨੇ। ਇੱਕ ਵਾਰੀ ਇਲੈਕਸ਼ਨ ਵੀ ਪਹਿਲਾਂ ਲੜ ਚੁੱਕੇ ਆ, ਤੇ ਉਦੋਂ ਜਿੱਤ ਨਸੀਬ ਨਹੀਂ ਸੀ, ਉਹ ਵੋਟਾਂ ਥੋੜੀਆਂ ਪਈਆਂ ਸੀ। ਪਰ ਐਨ ਉਸ ਮੌਕੇ ਤੇ ਅਭਿਸ਼ੇਕ ਬੈਨਰਜੀ ਦਾ ਬਿਆਨ ਆਉਣਾ, ਰਕੇਸ਼ ਟਕੈਤ ਤੇ ਬੀਬੀ ਮਮਤਾ ਬੈਨਰਜੀ ਦੀ ਮੁਲਾਕਾਤ ਦੇ ਚਰਚੇ ਹੋਣੇ। ਦੇਖੋ ਆਉਣ ਵਾਲੇ ਸਮੇਂ 'ਚ ਇੱਕ ਗੱਲ ਤਾਂ ਪੱਕੀ ਹੈ, ਭਾਰਤੀ ਜਨਤਾ ਪਾਰਟੀ ਨੂੰ ਹਾਰ ਦੇਣ ਦੇ ਲਈ ਕਈ ਧਿਰਾਂ ਇਕੱਠੀਆਂ ਹੋਣਗੀਆਂ। ਜਿੱਦਾਂ ਉੱਥੇ ਕਿਸਾਨਾਂ ਨੇ ਕਿਹਾ ਸੀ ਕਿ ਭਾਈ ਭਾਜਪਾ ਨੂੰ ਵੋਟ ਨਾ ਪਾਇਓ, ਜਿਹਨੂੰ ਮਰਜ਼ੀ ਪਾ ਦਿਓ, ਪਰ ਸਾਰਿਆਂ ਨੂੰ ਪਤਾ ਸੀ ਕਿ ਕਿਹਨੂੰ ਪਾਉਣੀ ਹੈ, ਕਿਉਂਕਿ ਭਾਜਪਾ ਦੇ ਖਿਲਾਫ ਤਾਂ ਇੱਕੋ ਹੀ ਧਿਰ ਮਜ਼ਬੂਤ ਸੀ ਨਾ, ਪਰ ਉਹਨਾਂ ਨਾਂ ਨਹੀਂ ਸੀ ਕਿਸੇ ਦਾ ਲਿਆ। ਇਸੇ ਤਰੀਕੇ ਹੋ ਸਕਦਾ ਹੈ ਕਿਸਾਨਾਂ ਨੂੰ ਵੀ ਪਤਾ ਹੈ ਕਿ ਭਾਈ ਜੇ ਉੱਤਰ ਪ੍ਰਦੇਸ਼ ਗਿਆ ਤਾਂ ਸਮਝ ਲਓ ਰਾਜਨੀਤਿਕ ਜ਼ਮੀਨ ਹਿੱਲ ਗਈ। ਇਸ ਕਰਕੇ ਹੋ ਸਕਦਾ ਹੈ ਕਿ ਬੀਬੀ ਮਮਤਾ ਬੈਨਰਜੀ ਦੇ ਰਾਹੀਂ, ਕਿਉਂਕਿ ਟਕੈਤ ਸਾਹਿਬ ਉਹ ਬਾਕੀ ਲੀਡਰਾਂ ਦੇ ਚੱਲਦੇ ਨਾਲ ਆ, ਪਰ ਬਿਆਨ ਵੱਖਰੇ ਹੁੰਦੇ ਆ। ਹੋ ਸਕਦਾ ਕਿ ਉੱਥੇ ਬੀਬੀ ਨੂੰ ਕਹੇ, ਬੀਬੀ ਜੀ ਜਾ ਕੇ ਜਿਹੜੇ 3-4 ਵੱਖਰੇ ਤੁਰੇ ਫਿਰਦੇ ਭਾਜਪਾ ਵਿਰੋਧੀ ਨਾਲ ਇਕੱਠੇ ਕਰੋ, ਅਸੀਂ ਇਹ ਤਾਂ ਕਹਿ ਦਿਆਂਗੇ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਭੁਗਤਿਓ ਭਾਈ, ਸਾਡੇ ਕਾਨੂੰਨ ਫਿਰ ਰੱਦ ਹੋਣੇ ਆ। ਪਰ ਖਿਲਾਫ ਭੁਗਤਿਓ ਦਾ ਮਤਲਬ ਤੁਹਾਡੇ ਸੂਬੇ ਦਾ ਪਤਾ ਸੀ ਕਿ ਭਾਈ ਕਿਹਨੂੰ ਪਾਉਣੀ ਹੈ, ਪਰ ਯੂਪੀ ਦੇ ਵਿੱਚ ਪਾਉਣਗੇ ਕਿਹਨੂੰ। ਉੱਥੇ ਬੀਬੀ ਮਮਤਾ ਬੈਨਰਜੀ ਵੀ ਹੈ, ਉੱਥੇ ਨਾਲ ਦੀ ਨਾਲ ਪਰਲੇ ਪਾਸਿਓਂ ਮੁਲਾਇਮ ਸਿੰਘ ਯਾਦਵ ਦਾ ਪੁੱਤ ਵੀ ਹੈ, ਜਿਹਨੂੰ ਅਖਿਲੇਸ਼ ਯਾਦਵ ਕਹਿੰਦੇ ਆ, ਤੇ ਉੱਥੇ ਚੌਧਰੀ ਅਜੀਤ ਸਿੰਘ ਜਿਹਨਾਂ ਦਾ ਹੁਣੇ ਹੀ ਮੌਤ ਹੋਈ ਹੈ, ਉਹਦਾ ਪੁੱਤ ਜਯੰਤ ਚੌਧਰੀ ਵੀ ਹੈ, ਤੇ ਕਈ ਹੋਰ ਬੰਦੇ ਵੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀ ਮੁਲਾਕਾਤ ਹੈ ਆਉਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇੱਕ ਨਵਾਂ ਰਸਤਾ ਅਖਤਿਆਰ ਕਰ ਸਕਦੀ ਹੈ। ਨਹੀਂ, ਬਿਲਕੁਲ ਠੀਕ ਆ। ਬਾਕੀ ਇਹਦੇ 'ਚੋਂ ਜੇ ਤਾਂ ਕੋਈ ਇਹ ਸੋਚੇ ਵੀ ਸ਼ਾਇਦ ਰਕੇਸ਼ ਟਕੈਤ ਹੋਰਾਂ ਨੇ ਕੋਈ ਪਾਰਟੀ ਜੁਆਇਨ ਕਰ ਲੈਣੀ, ਜਿੱਦਾਂ ਜਗਮੀਤ ਬਰਾੜ ਸਾਹਿਬ ਨੂੰ ਪ੍ਰਧਾਨ ਬਣਾਇਆ ਸੀ ਜੀ, ਹੈ ਨਾ, ਵੀ ਇਦਾਂ ਤਾਂ ਨਹੀਂ ਲੱਗਦਾ। ਪਰ ਜੇ ਇਦਾਂ ਹੋ ਗਿਆ ਤੇ ਫਿਰ ਤੇ ਇੱਕ ਤਰ੍ਹਾਂ ਦੀ ਬਲੰਡਰ ਮਿਸਟੇਕ ਹੀ ਹੈ, ਕਿਉਂਕਿ ਬੜੀ ਦੇਰ ਤੋਂ ਬੀਜੇਪੀ ਵਾਲੇ ਆਖੀ ਜਾਂਦੇ ਵੀ ਇਹ ਤਾਂ ਪੋਲੀਟੀਕਲ ਅੰਦੋਲਨ ਹੈ, ਇਹ ਤਾਂ ਪੋਲੀਟੀਕਲ ਅੰਦੋਲਨ ਹੈ, ਇਹਦਾ ਕੁਰਸੀਆਂ ਭਾਲਦੇ ਨੇ। ਤੇ ਮੈਨੂੰ ਲੱਗਦਾ ਤਾਂ ਹੁਣ ਤੱਕ ਦੇ ਹਿਸਾਬ ਨਾਲ ਇਹੀ ਵੀ ਟਕੈਤ ਸਾਹਿਬ ਇਹੋ ਜਿਹੀ ਗਲਤੀ ਤਾਂ ਨਹੀਂ ਕਰਦੀ। ਹਾਂ, ਇਹ ਗੱਲ ਜ਼ਰੂਰ ਹੈ ਵੀ ਜੇ ਉਹ ਕੋਈ ਨਾ ਕੋਈ ਧਿਰ ਬਣਾ ਕੇ ਤੇ ਦੁਬਾਰਾ ਤੁਰਨ ਵਾਲੇ ਪਾਸੇ ਤੁਰ ਪੈਣ, ਵੀ ਜੇ ਇਹ ਨਹੀਂ ਤੇ ਫਿਰ ਹੋ ਸਕਦਾ ਵੀ ਲੜਾਈ ਵੱਡੀ ਹੋ ਜਾਵੇ। ਪਰ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਨਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਨਹੀਂ, ਇਹ ਸੰਧਾਲੀਆ ਸਾਹਿਬ ਮੈਨੂੰ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਲੱਗਦੀ, ਕਿਸੇ ਤਰ੍ਹਾਂ ਦੀ ਆਸ ਨਹੀਂ ਲੱਗਦੀ। ਹਾਂ, ਮੈਂ ਨਾਲ ਲੱਗਦੀ ਇੱਕ ਗੱਲ ਹੋਰ ਦੱਸਦੇ ਹਾਂ। ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਕਿ ਭਾਈ ਹੁਣ ਤੱਕ ਗੱਲ ਹੀ ਹੋਰ ਪਾਸੇ ਜਾਈ ਜਾਂਦੀ ਆ, ਪਰ ਜੂਨ ਮਹੀਨਾ ਅੱਧ ਤੱਕ ਪਹੁੰਚ ਜਾਣਾ, ਹਫ਼ਤੇ ਤੱਕ, ਤੇ ਜੂਨ ਮਹੀਨੇ ਦੇ ਵਿੱਚ ਸਰਕਾਰਾਂ ਵੀ ਇਸ ਕਰਕੇ ਛੁੱਟੀ ਕਰਦੀਆਂ ਹੁੰਦੀਆਂ ਕਿ ਗਰਮੀ ਬਹੁਤ ਹੈ। ਸੰਧਾਲੀਆ ਸਾਹਿਬ ਉਸ ਜੂਨ ਮਹੀਨੇ ਦੇ ਵਿੱਚ ਵੀ ਕੱਲ ਅੰਬਾਲਿਓਂ ਪੂਰਾ ਜਥਾ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ ਸਿੰਘੂ ਬਾਰਡਰ ਤੇ ਪੁੱਜਿਆ, ਔਰ ਦੁਆਬੇ ਦਾ ਜ਼ਿਲ੍ਹਾ ਹੁਸ਼ਿਆਰਪੁਰ ਹੈ, ਉਹਦੇ ਟਾਂਡੇ ਇਲਾਕੇ ਤੋਂ ਵੀ ਸੈਂਕੜੇ ਗੱਡੀਆਂ ਦਾ ਕਾਫਲਾ ਜਿਹੜਾ ਉਹ ਸਿੰਘੂ ਬਾਰਡਰ ਤੇ ਪੁੱਜਿਆ। ਇਹਦੇ ਤੋਂ ਇਲਾਵਾ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਵੀ ਬਹੁਤ ਸਾਰੇ ਕਾਫਲੇ ਜਿਹੜੇ ਤੁਰੇ ਹੋਏ ਆ, ਜਿਹੜੇ ਅੱਜ ਸ਼ਾਮ ਤੱਕ ਜਿਹੜੇ ਉੱਥੇ ਪਹੁੰਚ ਜਾਣੇ ਆ, ਤੇ ਰੌਣਕ ਉੱਥੇ ਫੇਰ ਦੁਬਾਰਾ ਸ਼ੁਰੂ ਹੋ ਗਈ ਹੈ। ਤੁਸੀਂ ਇਹ ਦੇਖੋ ਕਿ ਪਹਿਲਾਂ ਦਸੰਬਰ ਜਨਵਰੀ ਦੀ ਠੰਡ ਤੇ ਹੁਣ ਮਈ ਜੂਨ ਜੁਲਾਈ ਦੀ ਗਰਮੀ ਜਿਹੜੀ ਹੈ, ਜੇ ਕਿਸਾਨ ਤੇ ਉਹਨਾਂ ਦੇ ਸਾਥੀ ਆਪਣੇ ਉੱਪਰ ਆਪਣੇ ਪਿੰਡੇ ਦੇ ਉੱਤੇ ਹੰਢਾ ਰਹੇ ਆ ਤੇ ਬਾਰ-ਬਾਰ ਕਾਫਲੇ ਉਧਰਲੇ ਪਾਸੇ ਨੂੰ ਜਾ ਰਹੇ ਆ, ਤੇ ਇਹਦਾ ਮਤਲਬ ਹੈ ਕਿ ਜਦੋਂ ਮਮਤਾ ਬੈਨਰਜੀ ਤੇ ਰਕੇਸ਼ ਟਕੈਤ ਦੀ ਮੁਲਾਕਾਤ ਹੋਏਗੀ ਤੇ ਨਾਲ ਗੱਲਾਂ ਚੱਲਣਗੀਆਂ, ਅੱਛਾ ਕਾਫਲੇ ਵੀ ਆਉਂਦੇ ਆ, ਨਾਲ ਗੱਲਾਂ ਚੱਲਣਗੀਆਂ, ਅੱਛਾ ਟੋਹਾਨੇ ਵਾਲੇ ਕੇਸ ਦੇ ਵਿੱਚ ਬੰਦੇ ਵੀ ਜਿਹੜੇ ਉਹ ਸਾਰੇ ਬਾਹਰ ਕਢਾ ਲਿਆ, ਅੱਛਾ ਕੇਸ ਖਤਮ ਹੋ ਗਿਆ, ਅੱਛਾ ਬਾਕੀ ਸੂਬਿਆਂ 'ਚ ਵੀ ਆਹ ਗੱਲ ਚੱਲਦੀ ਹੈ, ਤੇ ਉਦੋਂ ਕਿਤੇ ਨਾ ਕਿਤੇ ਅਸਰ ਤਾਂ ਜਾਊਗਾ। ਨਹੀਂ, ਅਸਰ ਜਾਊਗਾ। ਬਾਕੀ ਚਲੋ ਖੇਤੀ ਦੀ ਗੱਲ ਚੱਲੀ ਹੈ, ਤੇ ਖੇਤੀ ਨਾਲ ਰਿਲੇਟਡ ਇੱਕ ਬਿਆਨ ਆਇਆ ਪਟਿਆਲੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦਾ। ਅੱਗੇ ਵੀ ਇੱਕ ਦਿਨ ਉਹਨਾਂ ਨੇ ਗੱਲ ਕੀਤੀ ਸੀ, ਹੁਣ ਉਹਨਾਂ ਨੇ ਫਿਰ ਕਿਹਾ, ਉਹ ਕਹਿੰਦੇ ਵੀ ਜੇ ਪੰਜਾਬ ਬਚਾਉਣਾ, ਖੇਤੀ ਬਚਾਉਣੀ, ਤੇ ਅਫੀਮ ਦੀ ਖੇਤੀ ਕਰਨੀ ਪੈਣੀ ਆ ਭਾਈ, ਕਿਉਂਕਿ ਉਹ ਕਹਿੰਦੇ ਜਿਸ ਹਿਸਾਬ ਨਾਲ ਪਾਣੀ ਥੱਲੇ ਜਾ ਰਿਹਾ ਹੈ, ਜਿਸ ਹਿਸਾਬ ਨਾਲ ਇਹ ਹਾਲਾਤ ਬਣਦੇ ਜਾ ਰਹੇ ਨੇ, ਉਹ ਸਾਰੇ ਕੁਛ ਜੇ ਬਾਕੀ ਸਟੇਟਾਂ ਦੇ ਵਿੱਚ ਕਈਆਂ ਦੇ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਸਕਦੀ ਆ, ਤੇ ਪੰਜਾਬ 'ਚ ਕਿਉਂ ਨਹੀਂ ਕੀਤੀ ਜਾ ਸਕਦੀ ਭਾਈ ਸਾਹਿਬ? ਇੱਥੇ ਸਾਰਾ ਕੁਝ ਤੁਸੀਂ ਉੱਦਾਂ ਦੀ ਲਾਇਸੈਂਸਿੰਗ ਪ੍ਰਣਾਲੀ ਜਿਹੜੀ ਉਹ ਲਾਗੂ ਕਰ ਦਿਓ, ਪੰਜਾਬ ਵੀ ਬਾਜੂ, ਖੇਤੀ ਵੀ ਬਾਜੂ, ਤੇ ਲੋਕਾਂ ਦਾ ਮਸਲਾ ਵੀ ਹੱਲ ਹੋ ਜੂ। ਦੇਖੋ ਸੰਧਾਲੀਆ ਸਾਹਿਬ ਉਹ ਡਾਕਟਰ ਨੇ, ਤੇ ਸਾਡੇ ਨਾਲੋਂ ਉਸ ਖੇਤਰ ਦੇ ਵਿੱਚ ਉਹਨਾਂ ਨੂੰ ਕਿਤੇ ਵੱਧ ਗਿਆਨ ਹੈ। ਅਜੇ ਤੱਕ ਸਿਰਫ 2 ਲੀਡਰ ਨੇ ਜਿਹੜੇ ਇਸ ਪੱਖ 'ਚ ਆਏ ਸੀ, ਤੇ ਜਿਹੜੇ ਪਹਿਲੇ ਆਏ ਸੀ ਉਹ ਵੀ ਡਾਕਟਰ ਧਰਮਵੀਰ ਗਾਂਧੀ, ਦੋਵੇਂ ਪਟਿਆਲਿਓਂ। ਹੁਣ ਉਹ ਵੀ ਡਾਕਟਰ ਤੇ ਇਹ ਵੀ ਡਾਕਟਰ, ਜਦੋਂ 2 ਡਾਕਟਰ ਦੋਨੋਂ ਰਾਜਨੀਤੀ ਤੇ ਦੋਨੋਂ ਜਿੱਤਦੇ ਰਹੇ ਆ, ਤਾਂ ਉਹ ਬੰਦੇ ਜਦੋਂ ਇਹ ਗੱਲ ਕਰਦੇ ਆ ਤਾਂ ਫਿਰ ਅਸੀਂ ਸਿੱਧੇ ਤੌਰ ਦੇ ਉੱਤੇ ਐ ਕਾਂਟਾ ਮਾਰ ਦਈਏ
ਪਹਿਲੀ ਗੱਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਇਹ ਸਮਝਦੇ ਹੁੰਦੇ ਆ ਕਿ ਅਫੀਮ ਦੀ ਖੇਤੀ ਦਾ ਮਤਲਬ ਹੈ ਕਿ ਫੀਮ ਬੀਜੋ ਤੇ ਖਾਓ, ਮੌਜਾਂ ਲੱਟੋ, ਫੀਮ ਬੀਜੋ ਖਾਓ, ਤੇ ਫੀਮ ਵਾਲੇ ਖੇਤ ਦੇ ਨੇੜੇ ਰੇੜੀ ਲਾ ਲਓ ਤੇ ਉੱਥੇ ਥੋੜੀ ਜਿਹੀ ਰੱਖ ਲਓ ਛੋਟੀ ਤੱਕੜੀ, ਤੇ ਉੱਥੋਂ ਜੇ ਕੋਈ ਪਾਈਆ ਮੰਗਦਾ, ਅੱਧਾ ਕਿਲੋ ਮੰਗਦਾ, 100 ਗ੍ਰਾਮ ਮੰਗਦਾ, 20 ਗ੍ਰਾਮ ਮੰਗਦਾ, ਤੇ ਉੱਥੇ ਲਿਫਾਫੇ 'ਚ ਪਾ ਕੇ ਦੇਈ ਜਾਓ ਐ ਗੁੱਛੀ ਜਿਹੀ ਵੱਟ ਕੇ ਨਾ। ਹੁਣ ਅਫੀਮ ਦੀ ਖੇਤੀ ਤੋਂ ਭਾਵ ਤਾਂ ਇਹ ਹੋ ਸਕਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ 'ਚ ਵਰਤੀਆਂ ਜਾਂਦੀਆਂ। ਜਿਨ੍ਹਾਂ ਸੂਬਿਆਂ ਦੇ ਵਿੱਚ ਇਸ ਵੇਲੇ ਅਫੀਮ ਦੀ ਖੇਤੀ ਹੁੰਦੀ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਦਵਾਈਆਂ ਲਈ ਵਰਤਿਆ ਜਾਂਦਾ। ਅਸੀਂ ਨਹੀਂ ਕਹਿੰਦੇ ਕਿ ਭਾਈ ਅਫੀਮ ਦੀ ਖੇਤੀ ਕਰਨੀ ਚਾਹੀਦੀ ਹੈ, ਪਰ ਜੇ ਪੰਜਾਬ ਸੂਬੇ ਦੇ 2 ਰਾਜਨੀਤਿਕ ਲੀਡਰ ਜਿਹੜੇ ਖੁਦ ਡਾਕਟਰ ਨੇ, ਪੜ੍ਹੇ ਲਿਖੇ ਨੇ, ਜੋ ਇਧਰਲੇ ਪਾਸੇ ਗੱਲ ਕਰਦੇ ਆ, ਮੈਨੂੰ ਲੱਗਦਾ ਕਿ ਸਾਰੀ ਚੀਜ਼ ਦੀ ਸਟੱਡੀ ਹੋ ਜਾਣੀ ਚਾਹੀਦੀ ਹੈ। ਪੰਜਾਬ 'ਚ ਨਸ਼ਾ ਤਾਂ ਅੱਜ ਵੀ ਫੜਿਆ ਜਾ ਰਿਹਾ, ਪੰਜਾਬ 'ਚ ਬਹੁਤ ਕੁਝ ਹੋ ਰਿਹਾ। ਆਪਾਂ ਆ ਲੋਕਡਾਊਨ ਦੇ ਵਿੱਚ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਸੀ ਉਹਨਾਂ ਦੀਆਂ ਕਤਾਰਾਂ ਲੱਗੀਆਂ ਦੇਖੀਆਂ। ਆ ਪਿਛਲੇ ਸਮੇਂ ਦੇ ਵਿੱਚ ਆਪਾਂ ਹਿਮਾਚਲ ਪ੍ਰਦੇਸ਼ ਦੀ ਇੱਕ ਫੈਕਟਰੀ ਦਾ ਜ਼ਿਕਰ ਕਰਦੇ ਸੀ ਕਿ ਇੰਨੇ ਹਜ਼ਾਰ ਕੈਪਸੂਲ ਫੜਿਆ ਤੇ ਪੰਜਾਬ ਤੱਕ ਡਿਲੀਵਰੀ ਦੇਣ ਆਉਂਦੇ ਸੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਲੱਖ ਦਾਅਵੇ ਕਰੀ ਜਾਣ ਪਿਛਲੀ ਸਰਕਾਰ ਵਾਲੇ ਬੰਦੇ, ਲੱਖ ਦਾਅਵੇ ਕਰੀ ਜਾਣ ਹੁਣ ਦੀ ਸਰਕਾਰ ਵਾਲੇ ਸਰਮੌਰ ਬੰਦੇ ਜਿਹੜੇ ਆ ਕਿ ਭਾਈ ਅਸੀਂ ਖਤਮ ਕਰ ਦੇਣ ਲੱਗੇ, ਅਸੀਂ ਪਿੱਠ ਤੋੜ ਦਿੱਤੀ, ਅਸੀਂ ਲੱਕ ਤੋੜ ਦਿੱਤਾ, ਅਸੀਂ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਪਰ ਕਿਤੇ ਨਾ ਕਿਤੇ ਕੰਮ ਚੱਲਦਾ। ਸਾਨੂੰ ਥੋੜਾ ਜਿਹਾ ਵਿਗਿਆਨਕ ਨਜ਼ਰੀਏ ਨਾਲ ਸੋਚ ਲੈਣਾ ਚਾਹੀਦਾ ਕਿ ਕਿਹੜਾ ਤਰੀਕਾ ਅਪਣਾਈਏ ਤਾਂ ਖੇਤੀ ਬਚ ਜੂ, ਕਿਹੜਾ ਤਰੀਕਾ ਅਪਣਾਈਏ ਤਾਂ ਨੌਜਵਾਨੀ ਬਚ ਜੂ। ਇੱਕੋ ਰੱਸਿਓਂ ਵੱਢ ਕੇ ਨਹੀਂ ਸੁੱਟ ਦੇਣਾ ਚਾਹੀਦਾ। ਬਾਕੀ ਬੀਬੀ ਸਿੱਧੂ ਦੇ ਕੋਲੇ ਪਿੱਛੇ ਲੌਜਿਕ ਕੀ ਹੈ, ਤਰਕ ਕੀ ਹੈ, ਉਹ ਤਾਂ ਉਹੀ ਦੱਸ ਸਕਦੇ ਆ। ਇਹ ਤਾਂ ਹੈ। ਇਹ ਕਿਉਂਕਿ ਮਸਲਾ ਮੇਰਾ ਖਿਆਲ ਜਦੋਂ ਪਿਛਲੀਆਂ ਇਲੈਕਸ਼ਨਾਂ ਸੀ ਉਦੋਂ ਵੀ ਵਾਹਵਾ ਰੌਲੇ 'ਚ ਸੀਗਾ। ਇੱਕ ਵਾਰ ਹੁਣ ਜਦੋਂ ਦੁਬਾਰਾ ਇਲੈਕਸ਼ਨ ਆਉਣ ਲੱਗ ਪਈਆਂ ਫਿਰ ਇੱਕ ਵਾਰ ਇਹ ਚਰਚਾ 'ਚ ਆਉਣ ਲੱਗ ਪਿਆ। ਹਾਂ, ਇੰਨਾ ਜ਼ਰੂਰ ਆ ਵੀ ਮੇਰੇ ਖਿਆਲ ਨਾਲ ਜੇ ਇਹਦੇ ਤੇ ਚਾਹੇ ਪੰਜਾਬ ਸਰਕਾਰ ਕਰ ਲਵੇ ਜਾਂ ਕੋਈ ਹੋਰ ਕੇਂਦਰ ਸਰਕਾਰ ਦੀ ਕੋਈ ਏਜੰਸੀ ਕਰ ਲਵੇ, ਵੀ ਇੱਕ ਤਰ੍ਹਾਂ ਨਾਲ ਬਹਿ ਕੇ ਗੱਲਬਾਤ ਕਰਕੇ ਲੋਕਾਂ ਨੂੰ ਸਮਝਾ ਦੇਣ ਵੀ ਭਾਈ ਸਾਹਿਬ ਜਿਨ੍ਹਾਂ ਸਟੇਟਾਂ ਨੂੰ ਅਸੀਂ ਲਾਇਸੈਂਸ ਦਿੱਤਾ ਜੀ, ਉਹਨਾਂ ਨੂੰ ਕਿਉਂ ਦਿੱਤਾ, ਪੰਜਾਬ ਨੂੰ ਜੇ ਅਸੀਂ ਲਾਇਸੈਂਸ ਨਹੀਂ ਦੇ ਸਕਦੇ ਤੇ ਕਿਉਂ ਨਹੀਂ ਦੇ ਸਕਦੇ, ਜੇ ਅਸੀਂ ਦੇਣਾ ਤੇ ਉਹਦੇ ਲਈ ਫਿਰ ਪੰਜਾਬ ਜਾਂ ਪੰਜਾਬੀ ਜਾਂ ਜਿਨ੍ਹਾਂ ਲੋਕਾਂ ਨੇ ਖੇਤੀ ਕਰਨੀ ਉਹ ਸਾਨੂੰ ਕੀ ਕੀ ਪ੍ਰੋਵਾਈਡ ਕਰਨ। ਇੱਕ ਚਰਚਾ, ਇੱਕ ਡਿਬੇਟ ਮੇਰੇ ਖਿਆਲ ਨਾਲ ਕਰਕੇ ਦੇਖ ਲੈਣੀ ਚਾਹੀਦੀ ਆ। ਉਹਦੇ 'ਚੋਂ ਆਪਣੇ ਆਪ ਵੀ ਕਲੀਅਰ ਹੋ ਜਾਊਗਾ ਵੀ ਕੌਣ ਗਲਤ ਸਹੀ ਕਹਿੰਦਾ, ਕੌਣ ਗਲਤ ਕਹਿੰਦਾ। ਮੈਨੂੰ ਇਹ ਵੀ ਲੱਗਦਾ ਸੰਧਾਲੀਆ ਸਾਹਿਬ ਕਿ ਸਰਕਾਰ ਜਿਹੜੇ ਲੋਕ ਇਸ ਫੀਲਡ ਦੇ ਮਾਹਿਰ ਆ ਉਹਨਾਂ ਦੀ ਕਮੇਟੀ ਬਣਾਵੇ, ਆਪਣੇ ਬੰਦਿਆਂ ਦੀ ਕਮੇਟੀ ਨਾ ਬਣਾਵੇ ਕਿ ਭਾਈ ਆ ਸਾਡੇ ਅਫਸਰ ਨੇ ਇਹ ਕਰਨਗੇ। ਜਿਹੜੇ ਡਾਕਟਰ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਕੰਮ ਕਿੱਦਾਂ ਚੱਲਦਾ ਹੈ, ਉਹ ਕਿੱਧਰਲੇ ਪਾਸਿਓਂ ਚੀਜ਼ਾਂ ਆਉਂਦੀਆਂ ਨੇ, ਉਹਦੇ ਮਾੜੇ ਪ੍ਰਭਾਵ ਸਾਡੀ ਨੌਜਵਾਨੀ ਤੇ ਕੀ ਹੋਣਗੇ, ਭਵਿੱਖ ਤੇ ਕੀ ਹੋਣਗੇ, ਸਾਨੂੰ ਧਾਰਮਿਕ ਤੌਰ ਦੇ ਉੱਤੇ ਬਹੁਤ ਕੁਝ ਦੇਖਣਾ ਪਊਗਾ। ਚੰਗੇ ਤਰੀਕੇ ਦੇਖਣ, ਐਵੇਂ ਝਾੜ ਕੇ ਨਾ ਕਿਸੇ ਵੀ ਗੱਲ ਨੂੰ ਸਿੱਟਣ। ਤੇ ਜੇ ਹੁਣ 2 ਬਿਆਨ ਆਏ ਆ, ਮੈਨੂੰ ਲੱਗਦਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਮੁੱਦਾ ਤਾਂ ਬਣ ਜੂ, ਭਾਵੇਂ ਛੋਟਾ ਹੀ ਬਣੇ। ਉਹ ਵੀ ਕਿਉਂਕਿ ਕਿਸਾਨੀ ਨਾਲ ਰਿਲੇਟਡ ਹੈ। ਚਲਿਏ ਫਿਰ ਬਾਰ ਸਾਹਿਬ ਚਾਹੇ ਪੈਣਾ ਸੰਧਾਲੀਆ ਸਾਹਿਬ, ਪਰ ਇੱਕ ਗੱਲ ਜਿਹੜੀ ਕਰਨ ਵਾਲੀ ਹੈ ਕਿ ਭਾਈ ਲੜਨ ਝਗੜਨ ਦੀ ਲੋੜ ਨਹੀਂ। ਬਹੁਤ ਸਾਰੇ ਮਸਲੇ ਆਉਣੇ ਆ, ਪਾਣੀਆਂ ਦੀ ਵਾਰੀ ਵੀ ਆਉਣੀ ਆ, ਨਹਿਰਾਂ ਤੱਕ ਪਾਣੀ ਨਹੀਂ ਪੁੱਜਣਾ ਕਿ ਤੂੰ ਵੱਢ ਲਿਆ, ਉਹਨੇ ਵੱਢ ਲਿਆ, ਝੋਨੇ ਤੋਂ ਲੇਬਰ ਦੀ ਵੀ ਕਮੀ ਹੈ, ਉਧਰਲੇ ਪਾਸੇ ਵੀ ਜੇ ਸਿੱਧੀ ਬਿਜਾਈ ਕਰਨੀ ਹੈ ਮਸ਼ੀਨਾਂ ਦੀ ਵੀ ਕਮੀ ਹੈ। ਝਗੜਨਾ ਨਹੀਂ, ਬਿਲਕੁਲ ਆਰਾਮ ਦੇ ਨਾਲ ਸਾਰੇ ਕੰਮ ਕਰਨੇ ਆ ਜਿਹਦੇ ਨਾਲ ਕਿ ਠੀਕ ਰਹੇ। ਹਾਂ, ਸਮਾਜਿਕ ਤੌਰ ਤੇ ਵਿੱਥ ਰੱਖਣੀ ਤੇ ਚੜ੍ਹਦੀ ਕਲਾ ਰੱਖਣੀ ਬਹੁਤ ਜ਼ਰੂਰੀ ਹੈ। ਸੋ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।